ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA ਟੀਵੀ। ਮੈਂ ਹਾਂ ਵरुण कौर मान। प्रोग्राम करंट न्यूज़ एंड व्यूज़ चर्चा करांगे किन्ने सारे विषयां दे उत्ते। ਵੈਲਕਮ ਟੂ ਆਲ। ਮੈਂ ਹਾਂ ਸੰਜੀਵ ਯਸ਼ ਖੰਨਾ। ਕਰੰਟ ਨਿਊਜ਼ ਐਂਡ ਵਿਊਜ਼ ਦੇ ਵਿੱਚ ਅਸੀਂ ਅੱਜ ਜਿਸ ਮੁੱਦੇ ਤੋਂ ਸਟਾਰਟ ਕਰਨ ਜਾ ਰਹੇ ਹਾਂ, ਵरुण ਤੁਸੀਂ ਦੱਸੋਗੇ? जी हाँ, बिल्कुल। ਅੱਜ ਅਸੀਂ ਸ਼ੁਰੂਆਤ ਕਰਾਂਗੇ ओंटारियो ਤੋਂ। ਕੈਨੇਡਾ ओंटारियो ਦੇ ਵਿੱਚ ਇੱਕ ਨਵਾਂ ਕਾਨੂੰਨ ਲਿਆਂਦਾ ਗਿਆ ਹੈ ਜਿਸ ਤਹਿਤ ਉੱਥੋਂ ਦੇ ਜਿਹੜੇ ਪ੍ਰਵਾਸੀ ਨੇ ਉਹਨਾਂ ਪ੍ਰਵਾਸੀਆਂ ਦੇ ਕੋਲੋਂ ਐਕਸਪੀਰੀਅੰਸ ਹੁਣ ਨਹੀਂ ਮੰਗਿਆ ਜਾਏਗਾ। वर्किंग एक्सपीरियंस खास करके ये भी है कि जे कैनेडा की धरती ते उन्होंने काम नहीं भी किया तो कोई गल नहीं। ਇਹਦੇ ਵਿੱਚ ਦੋਵੇਂ ਚੀਜ਼ਾਂ ਆ ਜਾਂਦੀਆਂ ਨੇ। ਕਈ ਵਾਰ ਇੰਪਲੋਇਰ ਦੀ ਰਿਕੁਆਇਰਮੈਂਟ ਹੁੰਦੀ ਹੈ ਕਿ ਤੁਹਾਡੇ ਕੋਲ ਐਕਸਪੀਰੀਅੰਸ ਹੋਵੇ, ਐਕਸਪੀਰੀਅੰਸ ਹੈਂਡ ਬੰਦੇ ਨੂੰ ਮੈਂ ਕੰਮ ਦੇਵਾਂਗਾ ਕਿਉਂਕਿ ਜੌਬ ਬਹੁਤ ਜ਼ਿਆਦਾ ਰਿਸਪੌਂਸਿਬਿਲਿਟੀ ਦੀ ਹੈ। ਪਰ ਕਈ ਵਾਰ ਇਹ ਵੀ ਦੇਖਿਆ ਜਾਂਦਾ ਹੈ ਕਿ ਜਿਹੜੇ ਜ਼ਿਆਦਾ ਐਕਸਪੀਰੀਅੰਸ ਹੋਲਡਰ ਨਹੀਂ ਹੁੰਦੇ ਪਰ ਉਹਨਾਂ ਦੇ ਕੋਲ ਟੈਲੈਂਟ ਬਹੁਤ ਜ਼ਿਆਦਾ ਹੈ, ਉਹ ਵੀ ਚੀਜ਼ ਦੇਖ ਲਿੱਤੀ ਜਾਂਦੀ ਕਿਉਂਕਿ ਬਹੁਤ ਸਾਈਡਸ ਵਰਕ ਕਰਦੀਆਂ ਨੇ। ਸੋ ਕੁੱਲ ਮਿਲਾ ਕੇ ਗੱਲ ਇਹ ਹੈ ਕਿ ਜਿਹੜੇ ਪ੍ਰਵਾਸੀ ਉੱਥੇ ਪਹੁੰਚਣਗੇ ਉਹਨਾਂ ਨੇ ਵੀ ਰਾਹ ਦੀ ਵਿੱਚ ਇਹ ਸੋਚ ਕੇ ਆਪਣੇ ਦਿਮਾਗ ਦੇ ਉੱਤੇ ਜੋ ਟੈਨਸ਼ਨ ਰੱਖਦੇ ਸੀ ਕਿ ਉੱਥੇ ਜਾ ਕੇ ਪਤਾ ਨਹੀਂ ਕੀ ਬਣਨਾ ਹੈ, ਤਾਂ ਉਹ ਰਾਹ ਦੀ ਟੈਨਸ਼ਨ ਦੂਰ ਹੋਈ ਹੈ, ਬਲਕਿ ਰਾਹਤ ਮਿਲੀ ਹੈ ਔਰ ਆ ਕੇ ਹੁਣ ਉਹ ਆਪਣਾ ਕੰਮ ਧੰਦਾ ਲੱਭ ਸਕਦੇ ਨੇ। ਜੀ ਬਿਲਕੁਲ। ਜਿਹੜੀਆਂ ਰੈਗੂਲੇਟਰੀ ਸੰਸਥਾਵਾਂ ਨੇ ਉਹ ਕਿਸੇ ਵੀ ਵਿਅਕਤੀ ਨੂੰ ਪਰੇਸ਼ਾਨ ਨਹੀਂ ਕਰ ਸਕਦੀਆਂ। ਐਕਸਪੀਰੀਅੰਸ ਦੇ ਲਈ ਕਿਸੇ ਨੂੰ ਵੀ ਤੰਗ ਨਹੀਂ ਕੀਤਾ ਜਾ ਸਕਦਾ ਕਿ ਤੁਸੀਂ ਕੈਨੇਡਾ ਦੇ ਦੌਰਾਨ ਆ ਕੰਮ ਕਰਨ ਲੱਗੇ ਹੋ ਤੇ ਪਹਿਲਾਂ ਆਪਣਾ ਤਜਰਬਾ ਦਿਖਾਓ। ਤੇ ਇਹ ਜਿਹੜਾ ਕਾਨੂੰਨ ਲਿਆਂਦਾ ਗਿਆ ਹੈ ਇਹ ਹਰ ਪੇਸ਼ੇ ਲਈ ਹੈ। ਇਹ ਇੱਕ ਦੋ ਚੁਣਿੰਦਾ ਪੇਸ਼ੇ ਇਸ ਦੇ ਵਿੱਚ ਨਹੀਂ ਆਉਣਗੇ ਬਲਕਿ ਸਾਰੇ ਦੇ ਸਾਰੇ ਪੇਸ਼ੇ ਹੀ ਇਸ ਤਹਿਤ ਆਉਣਗੇ। ਔਰ ਜਿਹੜੇ ਮੰਤਰੀ ਨੇ ਮੌਂਟੀ ਉਹਨਾਂ ਨੇ ਵੀ ਇਹ ਗੱਲ ਕਹੀ ਹੈ ਕਿ ਇਸ ਕਾਨੂੰਨ ਦੇ ਨਾਲ ਲੋਕਾਂ ਨੂੰ ਰਾਹਤ ਮਿਲੇਗੀ, ਉਹਨਾਂ ਨੂੰ ਸੁੱਖ ਦਾ ਸਾਹ ਆਏਗਾ ਜਿਹੜੇ ਇਹ ਸੋਚ ਕੇ ਘਬਰਾ ਜਾਂਦੇ ਸਨ ਕਿ ਸ਼ਾਇਦ ਜਦੋਂ ਇਹ ਚੀਜ਼ ਮੰਗੀ ਜਾਂਦੀ ਹੈ ਤਾਂ ਕਿਤੇ ਨਾ ਕਿਤੇ ਉਹਨਾਂ ਨੂੰ ਦਿੱਕਤ ਆਉਂਦੀ ਹੈ। ਤੇ ਇਹਦਾ ਇੱਕ ਹੋਰ ਫਾਇਦਾ ਇਹ ਹੋਏਗਾ ਕਿ ਹਰ ਵਿਅਕਤੀ ਆਪਣੀ ਮਰਜ਼ੀ ਦਾ ਕੰਮ ਚੁਣ ਸਕੇਗਾ। ਬਿਲਕੁਲ। ਸਕਿੱਲ ਡਿਵੈਲਪਮੈਂਟ ਇਹਦਾ ਜੋ ਬੇਸ ਹੈ ਕਿਉਂਕਿ ਆਉਣ ਵਾਲੇ ਟਾਈਮ ਦੇ ਵਿੱਚ ਪੂਰੀ ਦੁਨੀਆ ਦੀ ਆਬਾਦੀ ਇੰਨੀ ਜ਼ਿਆਦਾ ਵੱਧ ਜਾਣੀ ਹੈ, ਜਿਸ ਰਫ਼ਤਾਰ ਨਾਲ ਵੱਧ ਰਹੀ ਹੈ, ਤਾਂ ਸਾਰਿਆਂ ਵਾਸਤੇ ਰੋਜ਼ਗਾਰ ਲੱਭਣਾ ਅਰੇਂਜ ਕਰਨਾ ਤਾਂ ਹੀ ਹੋ ਸਕਦਾ ਹੈ ਜੇ ਸਕਿੱਲ ਡਿਵੈਲਪਮੈਂਟ ਹੈ। ਕਿਉਂਕਿ ਨੌਕਰੀਆਂ ਕਈ ਵਾਰ ਹੋ ਸਕਦਾ ਨਾ ਮਿਲਣ, ਪਰ ਜਦੋਂ ਤੁਹਾਡੇ ਕੋਲ ਕੋਈ ਸਕਿੱਲ ਹੈ ਤੁਸੀਂ ਆਪਣੀ ਰੋਜ਼ੀ ਰੋਟੀ ਕਮਾ ਸਕਦੇ ਹੋ, ਅਰਨਿੰਗ ਕਰ ਸਕਦੇ ਹੋ ਤੁਸੀਂ। ਸੋ ਇਸ ਚੀਜ਼ ਨੂੰ ਧਿਆਨ 'ਚ ਰੱਖਦੇ ਹੋਏ ਪੂਰੀ ਦੁਨੀਆ ਦੇ ਵਿੱਚ ਇਸ ਚੀਜ਼ ਦੇ ਉੱਤੇ ਜ਼ੋਰ ਦਿੱਤਾ ਜਾ ਰਿਹਾ ਹੈ ਕਿ ਜੋ ਵੀ ਤੁਹਾਡੇ ਅੰਦਰ ਕੋਈ ਸਕਿੱਲ ਹੈ ਉਸ ਨੂੰ ਡਿਵੈਲਪ ਕਰੋ, ਉਸ ਨੂੰ ਆਪਣੇ ਕੰਮ ਧੰਦੇ ਦਾ ਆਧਾਰ ਬਣਾਓ ਐਂਡ ਮੇਕ ਯੂਰ ਅਰਨਿੰਗਸ। ਜੀ ਬਿਲਕੁਲ। ਬਹੁਤ ਸਾਰੇ ਲੋਕ ਇੱਦਾਂ ਦੇ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਹੁਨਰ ਹੁੰਦਾ ਹੈ ਪਰ ਕਿਸੇ ਖਾਸ ਭਾਸ਼ਾ ਦੇ ਉੱਤੇ ਉਹਨਾਂ ਦੀ ਪਕੜ ਨਹੀਂ ਹੁੰਦੀ। ਤੇ ਹੁਣ ਅਮਰੀਕਾ ਦੇ ओंटारियो ਸੂਬੇ ਦੇ ਵਿੱਚ ਇਹ ਗੱਲ ਵੀ ਕੀਤੀ ਗਈ ਹੈ ਕਿ ਅੰਗਰੇਜ਼ੀ ਭਾਸ਼ਾ ਨੂੰ ਲੈ ਕੇ ਵੀ ਕੁਝ ਸੋਧਾਂ ਕੀਤੀਆਂ ਜਾਣਗੀਆਂ ਜਿਸ ਦਾ ਰਿਜ਼ਲਟ ਸਾਨੂੰ ਬਹੁਤ ਛੇਤੀ ਹੋ ਸਕਦਾ ਹੈ ਦੇਖਣ ਨੂੰ ਮਿਲੇਗਾ। ਸੋ ਕੁੱਲ ਮਿਲਾ ਕੇ ਬਹੁਤ ਵੱਡਾ ਫਾਇਦਾ ਹੋਣ ਵਾਲਾ ਹੈ ਪ੍ਰਵਾਸੀਆਂ ਦੇ ਲਈ। ਉਹਨਾਂ ਨੂੰ ਆਪਣਾ ਐਕਸਪੀਰੀਅੰਸ ਨਹੀਂ ਦਿਖਾਉਣਾ ਪਏਗਾ, ਉਹ ਐਕਸਪੀਰੀਅੰਸ ਚਾਹੇ ਕਿਸੇ ਵੀ ਪੇਸ਼ੇ ਦੇ ਨਾਲ ਰਿਲੇਟਡ ਹੋਣ ਆਪਣੇ ਮਨਪਸੰਦ ਜਗ੍ਹਾ ਦੇ ਉੱਤੇ ਮਨਪਸੰਦ ਦਾ ਕੰਮ ਕਰ ਸਕਣਗੇ। ਬਿਲਕੁਲ। ਇੱਕ ਅੰਗਰੇਜ਼ੀ ਨੂੰ ਲੈ ਕੇ ਹਰ ਥਾਂ ਤੇ ਘਬਰਾਹਟ ਹੁੰਦੀ ਹੈ, ਖੈਰ ਉਸ ਘਬਰਾਹਟ ਨੂੰ ਦੂਰ ਕਰਨਾ ਜ਼ਰੂਰੀ ਹੈ ਤਾਂ ਕਿ ਤੁਸੀਂ ਆਪਣੇ ਕੰਮ ਦੇ ਉੱਤੇ ਫੋਕਸ ਕਰ ਸਕੋ ਕਿਉਂਕਿ ਲੈਂਗੁਏਜ ਪ੍ਰੋਬਲਮ ਆਫ ਕੋਰਸ ਹੁੰਦੀ ਹੈ ਪਰ ਬੈਰੀਅਰ ਨਹੀਂ ਹੋਣੀ ਚਾਹੀਦੀ ਉਹ ਤੁਹਾਡੇ ਕੰਮ ਧੰਦੇ ਦੇ ਵਿੱਚ। ਜੀ ਬਿਲਕੁਲ। ਔਰ ਨਾਲ ਦੇ ਨਾਲ ਲਾਇਸੈਂਸ ਪ੍ਰੋਸੈਸਿੰਗ ਨੂੰ ਲੈ ਕੇ ਵੀ ਕੰਮ ਵਿੱਚ ਤੇਜ਼ੀ ਸ਼ੁਰੂ ਹੋ ਚੁੱਕੀ ਹੈ। ਆਊਗੀ ਕਿਉਂਕਿ ਉਹ ਜੋ ਵੀ ਤੁਸੀਂ ਕਰਨਾ ਚਾਹੁੰਦੇ ਹੋ ਜਦੋਂ ਤੱਕ ਤੁਸੀਂ ਉਹਦੇ ਨਾਲ ਆਨਲਾਈਨ ਨਹੀਂ ਹੋ, ਜਦੋਂ ਤੱਕ ਤੁਸੀਂ ਉਹਦਾ ਪ੍ਰੋਸੈਸ ਨਹੀਂ ਕੀਤਾ ਹੈ ਤੁਸੀਂ ਉਹਨੂੰ ਰਿਜ਼ਲਟ ਤੇ ਨਹੀਂ ਪਹੁੰਚਾ ਸਕਦੇ। ਇਸ ਕਰਕੇ ਪ੍ਰੋਸੈਸਿੰਗ ਦੇ ਨਾਲ ਚੱਲ ਹੀ ਰਹੀ ਹੈ ਸਾਰੇ। ਹੁਣ ਅਗਲੀ ਖਬਰ ਕੀ ਹੈ ਸੰਜੀਵ ਖੰਨਾ ਜੀ? ਅਗਲੀ ਖਬਰ ਇਹ ਹੈ ਕਿ ਭਾਰਤ ਨੇ ਵੀ ਕੁਝ ਛੂਟ ਦਿੱਤੀ ਹੈ ਜਿਹੜੇ ਵਿਦੇਸ਼ਾਂ ਤੋਂ ਆ ਰਹੇ ਨੇ ਯਾਤਰੀ ਕਿਉਂਕਿ ਕਰੋਨਾ ਕਾਲ ਚੱਲ ਰਿਹਾ ਹੈ ਔਰ ਦੁਨੀਆ ਦੇ ਵਿੱਚ ਜਿੱਥੇ ਮਹਾਮਾਰੀ ਦੇ ਕੇਸਿਸ ਵੱਧ ਵੀ ਰਹੇ ਨੇ ਪਰ ਕਈ ਥਾਂ ਤੇ ਘਟ ਵੀ ਰਹੇ ਨੇ। ਕੁੱਲ ਮਿਲਾ ਕੇ ਇਹ ਹੈ ਕਿ ਘਟ ਰਹੇ ਨੇ ਕਾਫੀ ਮਾਤਰਾ ਦੇ ਵਿੱਚ, ਤਾਂ ਵੀ ਕੁਝ ਨਾ ਕੁਝ ਇਹਤਿਆਤ ਰੱਖਣੀ ਪਏਗੀ। ਤਾਂ ਭਾਰਤ ਸਰਕਾਰ ਨੇ 25 ਅਕਤੂਬਰ ਤੋਂ ਕੁਝ ਨਵੀਆਂ ਗਾਈਡਲਾਈਨਸ ਜਾਰੀ ਕੀਤੀਆਂ ਨੇ ਜੋ ਇਸ ਵਕਤ ਚੱਲ ਰਹੀਆਂ ਨੇ ਉਹ 17 ਫਰਵਰੀ ਤੋਂ ਲਾਗੂ ਕੀਤੀਆਂ ਗਈਆਂ ਸੀ। ਹੁਣ 25 ਅਕਤੂਬਰ ਤੋਂ ਉਹਦੇ ਵਿੱਚ ਕੁਝ ਚੇਂਜ ਕੀਤੀ ਗਈ ਹੈ। ਬਿਲਕੁਲ। ਜਿਹੜੇ ਖਾੜੀ ਦੇਸ਼ਾਂ ਦੇ ਖਾਸ ਤੌਰ ਤੇ ਲੋਕ ਨੇ ਉਹਨਾਂ ਦੇ ਲਈ ਵੀ ਕੁਝ ਚੇਂਜਸ ਕੀਤੇ ਗਏ ਨੇ। ਜੇ ਤੁਸੀਂ ਭਾਰਤ ਦੀ ਯਾਤਰਾ ਤੇ ਆਉਣਾ ਚਾਹੁੰਦੇ ਹੋ ਤਾਂ ਤੁਹਾਡਾ RT-PCR ਟੈਸਟ ਹੋਣਾ ਲਾਜ਼ਮੀ ਹੈ ਤੇ ਨਾਲ ਦੇ ਨਾਲ ਟੀਕੇ ਲੱਗੇ ਹੋਣੇ ਲਾਜ਼ਮੀ ਨੇ। ਇਹ ਵੀ ਗਾਈਡਲਾਈਨਸ ਆਈਆਂ ਨੇ ਕਿ ਕੋਈ ਵੀ ਯਾਤਰੀ ਜਾਂ 에ਅਰਲਾਈਨ ਜਦੋਂ ਭਾਰਤ ਦੇ ਵਿੱਚ ਦਾਖਲ ਹੁੰਦੀ ਹੈ ਤਾਂ ਉਸ ਦਾ ਕਰੋਨਾ ਦੇ ਨਾਲ ਰਿਲੇਟਡ ਜਿੰਨੇ ਵੀ ਜ਼ਰੂਰੀ ਇੰਪੋਰਟੈਂਟ ਜਾਂ ਦਸਤਾਵੇਜ਼ ਨੇ ਜਾਂ ਫਿਰ ਜਿੰਨੀ ਵੀ ਜਾਣਕਾਰੀ ਹੈ ਉਹ ਪੂਰੀ ਹਾਸਲ ਕੀਤੀ ਜਾਏਗੀ ਔਰ ਸਾਰਾ ਕੁਝ
ਸਹੀ ਹੋਣਾ ਚਾਹੀਦਾ। ਪੰਜਾਬੀ 'ਚ ਕਹਿੰਦੇ, ਜਾਂ ਹੁੰਦੀ ਤਾਂ ਗੱਲ ਪੰਜਾਬੀ 'ਚ ਆ ਪਰ ਹੁੰਦਾ ਅੰਗਰੇਜ਼ੀ ਵਰਡ ਹੈ ਕਿ ਟਿਪ ਟੌਪ ਹੋਣਾ ਚਾਹੀਦਾ ਸਾਰਾ ਕੁਝ, ਤਾਂ ਹੀ ਤੁਹਾਡੀ ਐਂਟਰੀ ਹੋ ਸਕੇਗੀ। ਸੋ ਜੇ ਤੁਸੀਂ ਭਾਰਤ ਆਉਣ ਦਾ ਸੋਚ ਰਹੇ ਹੋ ਤਾਂ ਸਾਰੇ ਨਿਯਮਾਂ ਨੂੰ ਧਿਆਨ ਵਿੱਚ ਰੱਖ ਕੇ ਹੀ ਆਉਣਾ। ਔਰ ਇਹਦੇ ਵਿੱਚ ਸਭ ਤੋਂ ਇੰਪੋਰਟੈਂਟ ਚੀਜ਼ ਇਹ ਹੈ ਕਿ ਜਿਹੜਾ ਯਾਤਰੀ ਖੁਦ ਆ ਰਿਹਾ ਹੈ ਉਹ ਆਪਣੀ ਜ਼ਿੰਮੇਵਾਰੀ ਆਪ ਲਵੇਗਾ। ਸੈਲਫ ਡੈਕਲੇਰੇਸ਼ਨ ਫਾਰਮ ਉਹਨੂੰ ਭਰਨਾ ਪਏਗਾ, ਆਨਲਾਈਨ ਭਰਨਾ ਪਏਗਾ। ਤਾਂ ਵੱਖ-ਵੱਖ ਪੋਰਟਲਸ ਮੌਜੂਦ ਨੇ, ਉੱਥੇ ਜਾ ਕੇ ਤੁਸੀਂ ਸਰਚ ਕਰਕੇ ਜੋ ਇਨਫੋਰਮੇਸ਼ਨ ਉਹ ਮੰਗ ਰਹੇ ਨੇ ਉਹ ਫੀਡ ਕਰੋ। ਔਰ ਖਾਸ ਤਹਿਕੀਕਾਤ ਹੋਏਗੀ, ਜੇ ਕਿਤੇ ਵੀ ਕੋਈ ਗਲਤੀ ਫੜੀ ਗਈ ਜਾਂ ਗੜਬੜੀ ਕੀਤੀ ਫੜੀ ਗਈ, ਚਲਾਕੀ ਖੇਡੀ ਗਈ, ਤਾਂ ਫਿਰ ਇੱਕ ਕ੍ਰਿਮੀਨਲ ਕੇਸ ਉਹਦੇ ਅਗੇਂਸਟ ਹੋਣਾ ਹੀ ਹੋਣਾ ਹੈ। ਬਿਲਕੁਲ ਅਪਰਾਧਿਕ ਕਾਰਵਾਈ ਹੋਏਗੀ ਹੀ ਹੋਏਗੀ। ਤਾਂ ਇਸ ਲਈ ਸੈਲਫ ਡੈਕਲੇਰੇਸ਼ਨ ਦੇਣ ਤੋਂ ਪਹਿਲਾਂ ਪੂਰੀ ਹੋਸ਼ੋ ਹਵਾਸ ਵਿੱਚ ਪੂਰਾ ਸੋਚ ਸਮਝ ਕੇ ਤੁਸੀਂ ਕੋਈ ਵੀ ਸਟੈਪ ਲੈਣਾ ਹੈ, ਤਾਂ ਕਿ ਕਿਸੇ ਤਰ੍ਹਾਂ ਦੀ ਵੀ ਕੋਈ ਗਲਤੀ ਤੁਹਾਡੇ ਸਾਹਮਣੇ ਨਾ ਆਵੇ ਔਰ ਸਰਕਾਰ ਤੁਹਾਡੇ ਉੱਤੇ ਕੋਈ ਵੀ ਐਕਸ਼ਨ ਨਾ ਲਵੇ। ਔਰ ਇਹ ਜ਼ਰੂਰੀ ਵੀ ਹੈ, ਕਿਉਂਕਿ ਲੋਕ ਕਈ ਵਾਰ ਦੇਖਿਓ ਤੁਸੀਂ ਕਾਫੀ ਚਲਾਕੀ ਵਰਤਦੇ ਨੇ, ਅਸੀਂ ਆਪਣੇ ਵੀ ਦੇਖਦੇ ਹਾਂ ਸਮਾਜ ਦੇ ਵਿੱਚ। ਤਾਂ ਉਸ ਚੀਜ਼ ਨੂੰ ਠੱਲ ਪਾਉਣ ਲਈ, ਉਸ ਚੀਜ਼ ਨੂੰ ਸਟਾਪ ਕਰਨ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਜੋ ਸੈਲਫ ਡੈਕਲੇਰੇਸ਼ਨ ਦਿੱਤੀ ਜਾ ਰਹੀ ਹੈ ਉਹ ਪੂਰੀ ਤਰ੍ਹਾਂ ਨਾਲ ਰਿਸਪੌਂਸਿਬਿਲਟੀ ਨਾਲ ਦਿੱਤੀ ਜਾਵੇ। ਤੇ ਇੱਥੇ ਦੂਸਰੀ ਗੱਲ ਮੈਂ ਇਹ ਜ਼ਰੂਰ ਦੱਸ ਦੇਣਾ ਚਾਹੂੰਗੀ ਕਿ ਜਿਹੜੇ ਲੋਕ ਭਾਰਤ ਤੋਂ ਬਾਹਰ ਜਾਂਦੇ ਨੇ, ਭਾਵ ਹੋਰ ਦੇਸ਼ਾਂ ਦੇ ਵਿੱਚ ਜਾਂਦੇ ਨੇ, ਉੱਥੇ ਜੇ ਉਹਨਾਂ ਨੂੰ ਕੁਆਰੰਟਾਈਨ ਹੋਣ ਦੀ ਮਤਲਬ ਕਿ ਲੋੜ ਨਹੀਂ। ਜਿਹੜਾ ਦੇਸ਼ ਕੁਆਰੰਟਾਈਨ ਫ੍ਰੀ ਯਾਤਰਾ ਦਿੰਦਾ ਹੈ, ਉਹਨਾਂ ਦੇਸ਼ਾਂ ਦੇ ਯਾਤਰੀਆਂ ਨੂੰ ਭਾਰਤ ਦੇ ਵਿੱਚ ਵੀ ਇਹ ਸਹੂਲਤ ਮਿਲੇਗੀ। ਉਹਨਾਂ ਨੂੰ ਕੁਆਰੰਟਾਈਨ ਨਹੀਂ ਹੋਣਾ ਪਏਗਾ। ਬਸ ਇੱਕ ਬਹੁਤ ਵੱਡੀ ਸ਼ਰਤ ਹੈ ਕਿ ਆਰੋਗਿਆ ਸੇਤੂ ਐਪ ਜਿਹੜੀ ਹੈ ਉਸਨੂੰ ਜ਼ਰੂਰ ਡਾਊਨਲੋਡ ਕੀਤਾ ਜਾਵੇ। ਬਿਲਕੁਲ, ਕਿਉਂਕਿ ਇਹ ਭਾਰਤ ਸਰਕਾਰ ਦੇ ਵੱਲੋਂ ਇੱਕ ਜ਼ਰੂਰੀ ਦਿਸ਼ਾ ਨਿਰਦੇਸ਼ ਹੈ, ਆਰੋਗਿਆ ਸੇਤੂ ਐਪ, ਕਿਉਂਕਿ ਉਹ ਕਰੋਨਾ ਨਾਲ, ਕੋਵਿਡ ਨਾਲ, ਵੈਕਸੀਨੇਸ਼ਨ ਨਾਲ, ਸਭ ਜਗ੍ਹਾ ਨਾਲ ਰਿਲੇਟਡ ਹੈ, ਜੁੜੀ ਹੋਈ ਹੈ। ਇਸ ਕਰਕੇ ਬਹੁਤ ਜ਼ਿਆਦਾ ਜ਼ਰੂਰੀ ਹੈ ਇਸ ਦਾ ਡਾਊਨਲੋਡ ਹੋਣਾ ਤੁਹਾਡੇ ਕੋਲ। ਤਾਂ ਕੁਆਰੰਟਾਈਨ ਵਾਸਤੇ ਵੀ ਇੱਕ ਰੂਲਸ ਨੇ ਕਿ ਤੁਸੀਂ ਆਪਣੇ ਆਪ ਨੂੰ ਖੁਦ ਵੀ ਕੁਆਰੰਟਾਈਨ ਕਰ ਸਕਦੇ ਹੋ, ਕਿਉਂਕਿ ਐਕਚੁਅਲੀ ਤੁਹਾਡੀ ਆਪਣੀ ਸਹੂਲਤ ਵੀ ਹੈ ਨਾ। ਬਿਲਕੁਲ, ਇਹ ਥੋੜਾ ਹੈ ਕਿ ਤੁਸੀਂ ਦੂਸਰਿਆਂ ਵਾਸਤੇ ਖਤਰਾ ਹੋ, ਤੁਹਾਡੇ ਆਪਣੇ ਆਪ ਦੇ ਵਾਸਤੇ ਵੀ ਖਤਰਾ ਹੋ ਸਕਦਾ, ਬਿਕੋਜ਼ ਤੁਹਾਡੀ ਆਪਣੀ ਲਾਈਫ ਵੀ ਇੰਪੋਰਟੈਂਟ ਹੈ, ਜ਼ਰੂਰੀ ਹੈ, ਕੀਮਤੀ ਹੈ। ਇਸ ਕਰਕੇ ਜੇ ਤੁਹਾਨੂੰ ਫੀਲ ਹੋਵੇ ਤਾਂ ਸੈਲਫ ਕੁਆਰੰਟਾਈਨ ਵੀ ਕੀਤਾ ਜਾ ਸਕਦਾ ਹੈ ਆਪਣੇ ਆਪ ਨੂੰ, ਕਿ ਘਰ ਜਾ ਕੇ ਮੈਂ ਆਪਣੇ ਆਪ ਨੂੰ ਸਭ ਤੋਂ ਛੁਪਾ ਕੇ ਰੱਖਾਂਗਾ। ਔਰ ਕਈ ਵਾਰ ਇਹ ਵੀ ਫੈਸਿਲਿਟੀਜ਼ ਵੀ ਹੁੰਦੀਆਂ ਨੇ ਕਿ ਤੁਹਾਨੂੰ 에ਅਰਪੋਰਟ ਤੇ ਵੀ ਇਹ ਫੈਸਿਲਿਟੀ ਮਿਲ ਜਾਂਦੀ ਹੈ, ਤੁਹਾਨੂੰ ਕੁਆਰੰਟਾਈਨ ਕੀਤਾ ਜਾਂਦਾ ਹੈ। ਮੰਤਰਾਲੇ ਦੇ ਮੁਤਾਬਕ ਭਾਰਤ ਨੇ ਕੋਵਿਡ-19 ਟੀਕਿਆਂ ਦੀ ਆਪਸੀ ਮਾਨਤਾ ਲਈ ਕੌਮੀ ਪੱਧਰ ਜਾਂ WHO ਦੁਆਰਾ ਮਾਨਤਾ ਪ੍ਰਾਪਤ ਕਰਨ ਲਈ 11 ਦੇਸ਼ਾਂ ਯਾਨੀ ਕਿ ਬ੍ਰਿਟੇਨ, ਫਰਾਂਸ, ਜਰਮਨੀ, ਨੇਪਾਲ, ਬੇਲਾਰੂਸ, ਲੈਬਨਾਨ, ਅਰਮੀਨੀਆ, ਯੂਕਰੇਨ, ਬੈਲਜੀਅਮ, ਹੰਗਰੀ ਅਤੇ ਸਰਬੀਆ ਨਾਲ ਸਮਝੌਤੇ ਵੀ ਕੀਤੇ ਨੇ। ਬਿਲਕੁਲ ਕੀਤੇ ਨੇ, ਕਿਉਂਕਿ ਇਹ ਕਰਨੇ ਪੈਣਗੇ। ਉੱਥੋਂ ਦੀ ਸਰਕਾਰ ਜੋ ਦੱਸਦੀ ਹੈ ਕਿ ਉਹਨਾਂ ਦੀ ਕੰਡੀਸ਼ਨ ਕੈਸੀ ਹੈ, ਸਾਡੀ ਜੋ ਸਰਕਾਰ ਦੱਸਦੀ ਹੈ ਸਾਡੀ ਕੰਡੀਸ਼ਨ ਕੈਸੀ ਹੈ, ਕਿਉਂਕਿ ਇਹ ਕੋਈ ਲੁਕਾਉਣ ਵਾਲੀ ਤਾਂ ਗੱਲ ਹੈ ਨਹੀਂ, ਬਿਲਕੁਲ ਓਪਨ ਕਰਨ ਵਾਲੀ ਗੱਲ ਹੈ। ਚਾਹੇ ਜੋ ਮਰਜ਼ੀ ਸਮਝੌਤੇ ਹੋਣ, ਚਾਹੇ ਜੋ ਮਰਜ਼ੀ ਫੈਸਿਲਿਟੀਜ਼ ਹੋਣ, ਫਿਰ ਵੀ ਮੈਨ ਟੂ ਮੈਨ, ਵੂਮਨ ਟੂ ਵੂਮਨ, ਪਰਸਨ ਟੂ ਪਰਸਨ ਇਹ ਵੈਰੀ ਕਰਦਾ ਹੈ। ਬੱਚਿਆਂ ਨੂੰ ਤਾਂ ਖਾਸ ਕਰਕੇ ਬਚਾਉਣਾ ਪਏਗਾ ਸਾਨੂੰ। ਸੋ ਵੈਰੀ ਇਸ ਕਰਕੇ ਕਰਦਾ ਹੈ ਕਿਉਂਕਿ ਹਰੇਕ ਦੀ ਬਾਡੀ ਆਪਣੀ ਤਰ੍ਹਾਂ ਦੀ ਹੈ। ਸੋ ਇਹ ਪ੍ਰੋਪਰਲੀ ਸਾਨੂੰ ਚੈੱਕਅਪ ਕਰਨਾ ਹੀ ਪਏਗਾ, ਦੇਖਣਾ ਹੀ ਪਏਗਾ ਕਿ ਕੌਣ ਕਿਸ ਤਰ੍ਹਾਂ ਦਾ ਹੈ। ਰੂਲਸ ਆਪਣੀ ਜਗ੍ਹਾ ਪਰ ਸੇਫਟੀ ਮੋਡਸ ਆਪਣੀ ਜਗ੍ਹਾ। ਸੋ ਇਹ ਸਮਝੌਤੇ ਵੀ ਨੇ, ਵੈਕਸੀਨ ਨੂੰ ਲੈ ਕੇ ਵੀ ਸਮਝੌਤੇ ਨੇ ਕਿ ਜੇ ਤੁਸੀਂ ਸਾਨੂੰ ਪ੍ਰਿਸਕ੍ਰਾਈਬ ਕਰਦੇ ਹੋ ਅਸੀਂ ਵੀ ਤੁਹਾਨੂੰ ਪ੍ਰਿਸਕ੍ਰਾਈਬ ਕਰਾਂਗੇ, ਜੇ ਤੁਸੀਂ ਸਾਨੂੰ ਕੁਆਰੰਟਾਈਨ ਨਹੀਂ ਕਰਦੇ ਹੋ ਅਸੀਂ ਵੀ ਤੁਹਾਨੂੰ ਕੁਆਰੰਟਾਈਨ ਨਹੀਂ ਕਰਾਂਗੇ। ਇੱਕ ਸਮਝੌਤੇ ਨੇ, ਪਰ ਜੋ ਮੁੱਦਾ ਉਹੀ ਹੈ ਕਿ ਬਚਣਾ ਕਿਵੇਂ ਹੈ, ਬਚਾਓ ਕਿਵੇਂ ਕਰਨਾ ਹੈ। ਤਾਂ ਸਾਵਧਾਨੀ ਦੇ ਵਿੱਚ ਹੀ ਬਚਾਓ ਹੈ, ਜਿੰਨਾ ਅਸੀਂ ਅਲਰਟ ਰਵਾਂਗੇ ਉਨਾ ਹੀ ਬਚ ਕੇ ਰਵਾਂਗੇ। ਤੇ ਸੰਜੀਵ ਜੀ, ਜਿਹੜੇ ਦੇਸ਼ਾਂ ਦੀ ਮੈਂ ਹੁਣ ਗੱਲ ਕੀਤੀ ਹੈ ਨਾ, ਇਹਨਾਂ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਨੂੰ ਜਿਨ੍ਹਾਂ ਦੀਆਂ ਟੀਕੇ ਦੀਆਂ ਸਾਰੀਆਂ ਖੁਰਾਕਾਂ ਦਿੱਤੀਆਂ ਗਈਆਂ ਜਾਂ ਫਿਰ ਕੋਵਿਡ-19 ਟੀਕਾਕਰਨ ਦੇ ਮੁਕੰਮਲ ਹੋਣ ਤੋਂ 15 ਦਿਨ ਬੀਤ ਗਏ ਹੋਣਗੇ ਨੂੰ ਸੋਧੇ ਹੋਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਹੁੰਚਣ ਤੇ 14 ਦਿਨਾਂ ਦੇ ਅੰਦਰ ਹਵਾਈ ਅੱਡੇ ਤੋਂ ਬਾਹਰ ਜਾਣ ਦੀ ਆਗਿਆ ਦਿੱਤੀ ਜਾਏਗੀ। ਬਿਲਕੁਲ ਉਹੀ ਚੀਜ਼ ਹੈ, ਕੁਆਰੰਟਾਈਨ ਵਾਲੀ ਗੱਲ ਹੈ 14 ਦਿਨਾਂ ਦੀ। ਸੋ ਗੱਲ ਇਹੀ ਹੈ ਕਿ ਅਸੀਂ ਬਚ ਕੇ ਕਿਵੇਂ ਰਹਿਣਾ ਹੈ। ਜੋ ਮਰਜ਼ੀ ਫਾਰਮੂਲਾ ਅਪਲਾਈ ਕਰ ਲਵੋ, ਨੈਟ ਰਿਜ਼ਲਟ ਇਹ ਚਾਹੀਦਾ ਹੈ, ਇਨਸਾਨ ਬਚਣਾ ਚਾਹੀਦਾ ਹੈ ਔਰ ਉਹਦੇ ਕਰਕੇ ਕਿਸੇ ਹੋਰ ਨੂੰ ਕੋਈ ਇਨਫੈਕਸ਼ਨ ਨਹੀਂ ਹੋਣੀ ਚਾਹੀਦੀ। ਹਰ ਚੀਜ਼ ਜ਼ਰੂਰੀ ਹੈ, ਬਿਕੋਜ਼ ਹਰ ਇੱਕ ਦੀ ਸੇਫਟੀ ਜ਼ਰੂਰੀ ਹੈ ਔਰ ਉਸ ਇੰਡੀਵਿਜੂਅਲ ਦੀ ਸੇਫਟੀ ਵੀ ਜ਼ਰੂਰੀ ਹੈ। ਸੋ ਕਰੋਨਾ ਚੀਜ਼ ਹੀ ਐਸੀ ਹੈ ਕਿ ਪੂਰੀ ਦੁਨੀਆ ਦੇ ਵਿੱਚ ਤੁਸੀਂ ਦੇਖੋ ਜੋ 2 ਸਾਲ ਹੋਣ ਲੱਗੇ ਨੇ, ਕੀ ਹਾਲ ਮਚਾ ਕੇ ਰੱਖਿਆ ਹੋਇਆ ਹੈ। ਇਹੀ ਤਾਂ ਗੱਲ ਹੈ। ਦੇਖੋ ਹੁਣ ਫਿਰ ਤੋਂ ਦੁਬਾਰਾ ਚਾਈਨਾ ਦੇ ਵਿੱਚ ਇੱਕ ਵਾਰੀ ਕਰੋਨਾ ਨੇ ਦਸਤਕ ਦਿੱਤੇ ਨੇ, ਤੇ ਜਿਹੜੇ ਚਾਈਨਾ ਦੇ ਵਿੱਚ ਕਰੋਨਾ ਦੁਆਰਾ ਦੇਖਿਆ ਗਿਆ ਹੈ ਉੱਥੇ ਫਿਰ ਉਹੀ ਹਾਲਾਤ ਹੋਣੇ ਸ਼ੁਰੂ ਹੋ ਗਏ ਹੈ।
ਫਲਾਈਟਾਂ ਰੱਦ ਹੋ ਗਈਆਂ ਨੇ, ਸਕੂਲ ਬੰਦ ਹੋ ਗਏ ਨੇ, ਜ਼ਰੂਰੀ ਕੰਮਾਂ ਤੋਂ ਬਿਨਾਂ ਘਰੋਂ ਬਾਹਰ ਜਾਣ ਦੇ ਲਈ ਚਾਈਨਾ ਦੀ ਗਵਰਨਮੈਂਟ ਨੇ ਸਾਫ਼ ਤੌਰ ਤੇ ਮਨਾ ਕਰ ਦਿੱਤਾ ਕਿ ਜਿੰਨਾ ਹੋ ਸਕੇ ਪਰਹੇਜ਼ ਹੋ ਸਕੇ। ਮੈਂ ਕਹਿੰਦੀ ਨਹੀਂ, ਸ਼ੁਕਰ ਆ ਚੀਨੀਆਂ ਦੀਆਂ ਅੱਖਾਂ ਨਿੱਕੀਆਂ ਨਿੱਕੀਆਂ, ਇਹਨਾਂ ਨੂੰ ਘੱਟ ਦੀਦਾ, ਜੇ ਵੱਡਾ ਦੀਦਾ ਹੁੰਦਾ ਰਹਿੰਦਾ ਵੀ ਨਾ ਦੁਨੀਆ ਨੂੰ ਜੀਣ ਦਿੰਦੇ। ਖੈਰ ਇਹ ਤਾਂ ਚਲੋ ਇੱਕ ਵੱਖਰੀ ਗੱਲ ਹੋ ਗਈ। ਗੱਲ ਇਹ ਹੈ ਕਿ ਜੋ ਕਰੋਨਾ ਦਾ ਰੂਪ ਬਦਲ ਰਿਹਾ ਹੈ ਔਰ ਭਾਰਤ ਦੀ ਸਰਕਾਰ ਵੀ ਕਹਿ ਰਹੀ ਹੈ ਕਿ ਅਸੀਂ ਇਸ ਬਦਲਦੇ ਹੋਏ ਰੂਪ ਦੇ ਉੱਤੇ ਆਪਣੀ ਗਹਿਰੀ ਅੱਖ ਰੱਖੀ ਹੋਈ ਹੈ, ਕਿਉਂਕਿ ਇਹ ਡਿਜ਼ੀਜ਼ ਹੈ। ਜਦੋਂ ਅਸੀਂ ਇਹਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਕਿਉਂਕਿ ਇਹ ਵੀ ਇੱਕ ਲਿਵਿੰਗ ਆਰਗੇਨਿਜ਼ਮ ਹੈ, ਬਿਲਕੁਲ ਕਿਸ ਤਰ੍ਹਾਂ ਆਪਣੇ ਆਪ ਨੂੰ ਚੇਂਜ ਕਰਦਾ ਹੈ, ਕਿਉਂਕਿ ਕੋਈ ਵੀ ਲਿਵਿੰਗ ਆਰਗੇਨਿਜ਼ਮ ਮਰਨਾ ਨਹੀਂ ਚਾਹੁੰਦਾ, ਉਹ ਕਿਸੇ ਹੋਰ ਰੂਪ ਚ ਆਉਂਦਾ, ਕਿਸੇ ਹੋਰ ਰੂਪ ਚ ਆਉਂਦਾ, ਤਾਂ ਉਸ ਨੂੰ ਕੰਟਰੋਲ ਕਰਨ ਦੀ ਜੋ ਚੀਜ਼ ਚੱਲ ਰਹੀ ਹੈ ਕਿ ਕਿਸ ਤਰ੍ਹਾਂ ਉਹਨੂੰ ਕੰਟਰੋਲ ਕੀਤਾ ਜਾਏ। ਭਾਰਤ ਸਰਕਾਰ ਵੀ ਕਹਿ ਰਹੀ ਹੈ, ਦੁਨੀਆ ਦੀਆਂ ਵੱਖਰੀਆਂ ਸਰਕਾਰਾਂ ਵੀ ਕਹਿ ਰਹੀਆਂ ਨੇ, ਔਰ ਜੋ ਚੀਨ ਦੀ ਆਪਾਂ ਗੱਲ ਕਰ ਰਹੇ ਹਾਂ ਉਹਦੇ ਵਿੱਚ ਵੀ ਇੱਕ ਨਵੇਂ ਰੂਪ ਦੇ ਵਿੱਚ ਉੱਭਰ ਕੇ ਸਾਹਮਣੇ ਆਇਆ ਹੈ। ਬਿਲਕੁਲ, ਜਿੱਦਾਂ ਉੱਥੇ ਮੈਨੂੰ ਇਦਾਂ ਲੱਗਦਾ ਹੈ ਕਿ ਡਰ ਲੱਗਦਾ ਹੈ ਕਿ ਰੱਬ ਨਾ ਕਰੇ ਕਿਤੇ ਉਹ ਪੁਰਾਣੇ ਦਿਨ ਨਾ ਆਉਣ, ਕਿਉਂਕਿ ਸ਼ੁਰੂਆਤ ਚਾਈਨਾ ਤੋਂ ਹੋਈ ਸੀ। ਸਭ ਤੋਂ ਪਹਿਲਾਂ ਉੱਥੇ ਫਲਾਈਟਸ ਬੰਦ ਹੋਈਆਂ, ਉੱਥੋਂ ਦੇ ਸਕੂਲ ਬੰਦ ਹੋਏ, ਤੇ ਇੱਕ ਵਾਰੀ ਫਿਰ ਚਾਈਨਾ ਦੀਆਂ ਫਲਾਈਟਾਂ ਸਾਰੀਆਂ ਦੀਆਂ ਸਾਰੀਆਂ ਰੱਦ ਕਰ ਦਿੱਤੀਆਂ ਗਈਆਂ। ਸੋ ਜੇ ਹੁਣ ਬਾਕੀ ਦੇਸ਼ਾਂ ਦੇ ਲਈ ਰਾਹ ਖੁੱਲ ਰਹੇ ਨੇ ਤੇ ਰੱਬ ਕਰੇ, ਖੁਦਾ ਖੈਰ ਕਰੇ ਕਿ ਇਹ ਕਰੋਨਾ ਦਾ ਰੂਪ ਬਿਲਕੁਲ ਵੀ ਦੁਬਾਰਾ ਉਸ ਪੱਧਰ ਤੇ ਨਾ ਫੈਲੇ ਜਿੱਦਾਂ ਪਹਿਲਾਂ ਫੈਲ ਚੁੱਕਿਆ, ਕਿਉਂਕਿ ਹੁਣ ਆਸਟ੍ਰੇਲੀਆ ਨੇ ਵੀ ਆਗਿਆ ਦੇ ਦਿੱਤੀ ਹੈ ਕਿ ਮੈਂ ਆਪਣੇ ਦਰਵਾਜ਼ੇ ਖੋਲ ਰਿਹਾ ਹਾਂ, ਤੁਸੀਂ ਆ ਸਕਦੇ ਹੋ, ਪਰ ਉਹਨਾਂ ਦੇ ਲਈ ਵੀ ਕੁਝ ਸ਼ਰਤਾਂ ਰੱਖੀਆਂ ਨੇ। ਹਰ ਥਾਂ ਤੇ ਸ਼ਰਤਾਂ ਨੇ। ਇੱਕ ਨਵਾਂ ਸ਼ਬਦ ਸਾਹਮਣੇ ਆ ਰਿਹਾ ਹੈ, ਆਰਥਰਾਈਟਿਸ, ਪਤਾ ਨਹੀਂ ਉਹ ਕੀ ਚੀਜ਼ ਹੈ। ਖੈਰ ਜੋ ਵੀ ਹੈ, ਪਰਮਾਤਮਾ ਖੈਰ ਕਰੇ, ਜਿਵੇਂ ਤੁਸੀਂ ਕਹਿ ਰਹੇ ਹੋ, ਖੁਦਾ ਖੈਰ ਕਰੇ ਕਿ ਮਾਨਵ ਸਮਾਜ ਬਚ ਕੇ ਰਵੇ। ਜਿਸ ਵੀ ਰੂਪ ਦੇ ਵਿੱਚ ਕਰੋਨਾ ਫਿਰ ਤੋਂ ਹਮਲਾ ਕਰਨ ਦੀ ਤਿਆਰੀ ਕਰ ਰਿਹਾ ਹੈ ਤੇ ਉਹਦੇ ਖਿਲਾਫ ਅਸੀਂ ਵੀ ਇੱਕ ਜੰਗ ਲੜਨੀ ਹੈ ਔਰ ਇਸ ਜੰਗ ਨੂੰ ਜਿੱਤਣਾ ਵੀ ਹੈ। ਸੋ ਆਸਟ੍ਰੇਲੀਆ ਵੀ ਉਸੇ ਤਰ੍ਹਾਂ ਰੈਡੀ ਹੈ। ਕੋਈ ਵੀ ਕੰਟਰੀ ਆਪਣਾ ਜੋ ਹੈ ਰਸਤਾ ਖੋਲਣਾ ਚਾਹੁੰਦਾ ਹੈ, ਕਿਉਂਕਿ ਬਿਜ਼ਨਸ ਠੱਪ ਪਏ ਨੇ, ਸਭ ਕੁਝ ਠੱਪ ਪਿਆ ਹੈ ਔਰ ਇਨਸਾਨਾਂ ਦਾ ਮੇਲ ਜੋਲ ਠੱਪ ਪਿਆ ਹੈ। ਜਦੋਂ ਇਨਸਾਨ ਇੱਕ ਦੂਜੇ ਨੂੰ ਮਿਲਦੇ ਨੇ ਨਾ, ਉਹ ਆਪਣੇ ਆਪ ਬੂਸਟ ਅਪ ਹੋ ਜਾਂਦੇ ਨੇ, ਚਾਹੇ ਰਿਸ਼ਤੇਦਾਰਾਂ ਨੂੰ ਮਿਲਣ, ਫਰੈਂਡਸ ਨੂੰ ਮਿਲਣ, ਤਾਂ ਉਹ ਹੋਰ ਅੱਛੀ ਤਰ੍ਹਾਂ ਬਿਜ਼ਨਸ ਕਰਦੇ ਨੇ। ਸੋ ਇਹ ਸਾਰਾ ਕੁਝ ਧਿਆਨ 'ਚ ਰੱਖਦੇ ਹੋਏ ਇਹਤਿਆਤ ਵੀ ਜ਼ਰੂਰੀ ਹੈ, ਗੇਟਸ ਓਪਨ ਕਰਨਾ ਵੀ ਜ਼ਰੂਰੀ ਹੈ। ਬਿਲਕੁਲ, ਤੇ ਹੁਣ ਆਪਣੇ ਦਰਸ਼ਕਾਂ ਨੂੰ ਆਸਟ੍ਰੇਲੀਆ ਦੀ ਵੀ ਆਪਾਂ ਅਪਡੇਟ ਦੇ ਦਿੰਨੇ ਆ। ਸੰਜੀਵ ਜੀ, ਆਸਟ੍ਰੇਲੀਅਨ ਫੈਡਰਲ ਸਰਕਾਰ ਨੇ ਨਵੰਬਰ ਤੋਂ ਆਸਟ੍ਰੇਲੀਅਨ ਨਾਗਰਿਕਾਂ, ਸਥਾਈ ਵਸਨੀਕਾਂ, ਨਿਊਜ਼ੀਲੈਂਡ ਨਾਗਰਿਕਾਂ ਅਤੇ ਉਹਨਾਂ ਦੇ ਯੋਗ ਮਾਪਿਆਂ ਲਈ ਜਿਨ੍ਹਾਂ ਨੇ ਕੋਵਿਡ-19 ਟੀਕਿਆਂ ਦੀ ਖੁਰਾਕ ਲੈ ਚੁੱਕੀ ਹੈ, ਉਹਨਾਂ ਨੂੰ ਅਲਾਉ ਕਰ ਦਿੱਤਾ ਹੈ ਕਿ ਉਹ ਆਸਟ੍ਰੇਲੀਆ ਆ ਸਕਣਗੇ। ਆਪਣੀਆਂ ਕੌਮਾਂਤਰੀ ਸਰਹੱਦਾਂ ਖੋਲ੍ਹਣ ਦਾ ਐਲਾਨ ਕਰ ਦਿੱਤਾ। ਅਸਥਾਈ ਵੀਜ਼ਾ ਧਾਰਕਾਂ, ਵਰਕ ਵੀਜ਼ਾ ਧਾਰਕਾਂ, ਕੌਮਾਂਤਰੀ ਵਿਦਿਆਰਥੀਆਂ ਅਤੇ ਸੈਲਾਨੀਆਂ ਬਾਰੇ ਫਿਲਹਾਲ ਹਲੇ ਕੋਈ ਵੀ ਅਨਾਉਂਸਮੈਂਟ ਨਹੀਂ ਹੋਈ ਹੈ, ਪਰ ਹੋਣੀ ਜ਼ਰੂਰ ਹੈ, ਕਿਉਂਕਿ ਉਹ ਵੀ ਵੇਟ ਕਰ ਰਹੇ ਨੇ। ਹਰੇਕ ਬੰਦੇ ਦੀ ਵੇਟ ਪੂਰੀ ਹੁੰਦੀ ਹੈ, ਕਦੇ ਨਾ ਕਦੇ ਜ਼ਰੂਰ ਅਨਾਉਂਸਮੈਂਟ ਹੋਏਗੀ, ਪਰ ਉਹਦੇ ਵਿੱਚ ਵੀ ਨਵੀਂ ਡਾਇਰੈਕਸ਼ਨਸ ਦਿੱਤੀਆਂ ਜਾਣਗੀਆਂ ਜੀ। ਗੱਲ ਇਹ ਹੈ ਨਾ ਕਿ ਅਸੀਂ ਓਪਨ ਵੀ ਹੋਣਾ ਚਾਹੁੰਦੇ ਹਾਂ। ਗੱਲ ਇਹ ਹੈ ਕਿ ਅਸੀਂ ਡਰਦੇ ਵੀ ਪਏ ਹਾਂ, ਚੀਨ ਨੂੰ ਦੇਖ ਕੇ ਹੋਰ ਡਰਦੇ ਪਏ ਹਾਂ ਕਿ ਉੱਥੇ ਇੱਕ ਨਵੇਂ ਰੂਪ ਦੇ ਵਿੱਚ ਕਰੋਨਾ ਵਾਪਸ ਆ ਗਿਆ ਹੈ, ਸਾਡਾ ਪਤਾ ਨਹੀਂ ਕੀ ਬਣਨਾ ਹੈ। ਡਰ ਜਾਇਜ਼ ਵੀ ਹੈ ਤੇ ਖੋਲ੍ਹਣਾ ਵੀ ਜ਼ਰੂਰੀ ਹੈ। ਹੁਣ ਕੀਤਾ ਕੀ ਜਾਵੇ, ਦੋ ਚਿੱਤੇ 'ਚ ਫਸੇ ਹੋਏ ਹਾਂ, ਵੀ ਆਰ ਡਬਲ ਮਾਈਂਡਡ। ਸੋ ਡਬਲ ਮਾਈਂਡਡ ਇਸ ਕਰਕੇ ਕਿਉਂਕਿ ਸਿਚੁਏਸ਼ਨ ਐਸੀ ਹੋ ਚੁੱਕੀ ਹੈ। ਬਹੁਤ ਕੇਅਰਫੁਲੀ ਬਰਨ ਸਾਨੂੰ ਮੂਵ ਕਰਨਾ ਪਏਗਾ, ਕਿਉਂਕਿ ਅਸੀਂ ਆਲਰੇਡੀ ਦੇਖ ਚੁੱਕੇ ਹਾਂ ਕਿ ਕਿੰਨਾ ਸੈਟਬੈਕ ਲੱਗਾ ਹੈ ਪੂਰੀ ਵਰਲਡ ਇਕਨੋਮੀ ਨੂੰ। ਪੂਰੇ ਵਰਲਡ ਦੀ GDP ਕਿੱਥੇ ਜਾ ਕੇ ਤੁਸੀਂ ਦੇਖੋ ਕਿਸ ਹਾਲਤ ਵਿੱਚ ਹੈ ਇਸ ਵਕਤ। ਸੋ ਸਾਨੂੰ ਪੂਰੇ ਦੇ ਪੂਰੇ ਵਰਲਡ ਨੂੰ ਇਕਜੁੱਟ ਹੋ ਕੇ ਇੱਕ ਦੂਜੇ ਨਾਲ ਹੈਲਪ ਵੀ ਕਰਨੀ ਪਏਗੀ, ਇਕਜੁੱਟ ਹੋ ਕੇ ਇੱਕ ਨਾਲ ਖੜਨਾ ਵੀ ਪਏਗਾ, ਦੂਜੇ ਨਾਲ ਖੜਨਾ ਵੀ ਪਏਗਾ ਤੇ ਇਕਜੁੱਟ ਹੋ ਕੇ ਇਸ ਦਾ ਮੁਕਾਬਲਾ ਵੀ ਕਰਨਾ ਪਏਗਾ। ਇੱਥੇ ਵੀ ਦੱਸਣਯੋਗ ਹੈ ਕਿ ਆਸਟ੍ਰੇਲੀਆ ਨੇ ਮਾਰਚ 2020 ਦੇ ਵਿੱਚ ਗੈਰ ਨਾਗਰਿਕਾਂ ਲਈ ਆਪਣੀਆਂ ਸਰਹੱਦਾਂ ਬੰਦ ਕਰ ਦਿੱਤੀਆਂ ਸੀ ਤੇ ਨਾਗਰਿਕਾਂ ਨੂੰ ਸਰਕਾਰੀ ਇਜਾਜ਼ਤ ਤੋਂ ਬਿਨਾਂ ਦੇਸ਼ ਛੱਡਣ ਤੋਂ ਜਾਂ ਫਿਰ ਦੇਸ਼ ਤੋਂ ਕਿਤੇ ਬਾਹਰ ਜਾਣ ਦੇ ਲਈ ਸਰਕਾਰੀ ਇਜਾਜ਼ਤ ਲੈਣਾ ਲਾਜ਼ਮੀ ਕਰ ਦਿੱਤਾ ਗਿਆ ਸੀ। ਇਹਦੇ ਨਾਲ ਹੀ ਮੈਂ ਇੱਧਰ ਦੇਖ ਕੇ ਬੋਲਦੀ ਹਾਂ। ਬਾਇਓ ਸਿਕਿਉਰਿਟੀ ਐਕਟ ਯੋਗ ਯਾਤਰਾ ਸਰਕਾਰ ਅਗਲੇ ਮਹੀਨੇ ਇਸ ਨੂੰ ਹਟਾਉਣ ਦੀ ਜਿਹੜੀ ਕੋਸ਼ਿਸ਼ ਹੈ ਉਹ ਕਰੇਗੀ, ਜਾਂ ਕਹਿ ਲਓ ਕਿ ਇਸ ਨੂੰ ਹਟਾਉਣ ਦੀ ਯੋਜਨਾ ਤਿਆਰ ਕਰ ਰਹੀ ਹੈ। ਕੁਆਂਟਸ ਇੱਕੋ ਸਮੇਂ ਲਾਸ ਏਂਜਲਸ ਅਤੇ ਲੰਡਨ ਤੋਂ ਵੀ ਉਡਾਣਾਂ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀ ਹੈ। ਦਸੰਬਰ ਤੋਂ ਅਸੀਂ ਉਮੀਦ ਕਰ ਸਕਦੇ ਹਾਂ ਕਿ ਇਹ ਨਵਾਂ ਇੱਕ ਰੁਖ ਅਪਣਾਏਗੀ ਸਰਕਾਰ ਤੇ ਬਹੁਤ ਜ਼ਿਆਦਾ ਉਡਾਣਾਂ ਨਵੀਆਂ ਸ਼ੁਰੂ ਕਰ ਸਕਦੀ ਹੈ ਤਾਂ ਕਿ ਯਾਤਰੀ ਆ ਜਾ ਸਕਣ। ਔਰ ਉਹਨਾਂ ਯਾਤਰੀਆਂ ਨੂੰ ਇਹ ਹਦਾਇਤ ਹੈ ਕਿ ਉਹ ਤਕਰੀਬਨ 1 ਹਫ਼ਤੇ ਤੱਕ ਆਪਣੇ ਆਪ ਨੂੰ ਕੁਆਰੰਟਾਈਨ ਕਰਨ ਆਪਣੇ ਘਰਾਂ ਦੇ ਵਿੱਚ। ਖੁਸ਼ੀ ਦੀ ਗੱਲ ਵੀ ਹੈ ਕਿ ਘਰ ਜਾ ਕੇ ਕੁਆਰੰਟਾਈਨ ਕਰਨਾ ਇੱਕ ਵੱਖਰੀ ਚੀਜ਼ ਹੈ, ਕਿਤੇ ਬਾਹਰ ਥਾਂ ਦੇ ਉੱਤੇ ਕੁਆਰੰਟਾਈਨ ਹੋਣਾ ਵੱਖਰੀ ਚੀਜ਼ ਹੈ। ਸੋ ਐਕਸਟਰਾ ਫਲਾਈਟਸ, ਵੱਖਰੀਆਂ ਉਡਾਣਾਂ ਜਿਹੜੀਆਂ ਨੇ ਦਸੰਬਰ ਤੋਂ ਸ਼ੁਰੂ ਹੋਣਗੀਆਂ। ਹੋਪਫੁਲੀ ਸਭ ਕੁਝ ਠੀਕ ਰਵੇ ਤਾਂ ਇੱਕ ਬਹੁਤ ਅੱਛਾ ਸਾਈਨ ਹੈ ਇਹ ਵੀ।
ਦੇਖੋ ਘਰੇ ਕੁਆਰੰਟਾਈਨ ਹੋਣ ਦੇ ਨਾਲ ਨਾ ਬੰਦੇ ਦੇ ਸਾਈਕੋਲੋਜੀਕਲੀ ਇਫੈਕਟ ਬੜਾ ਪੈਂਦਾ। ਜਦੋਂ ਸਾਨੂੰ ਕਿਤੇ ਬਾਹਰ ਕਿਸੇ ਹੋਟਲ ਦੇ ਵਿੱਚ ਜਾਂ ਕਿਸੇ ਰੂਮ ਦੇ ਵਿੱਚ ਕੁਆਰੰਟਾਈਨ ਕਰ ਦਿੱਤਾ ਜਾਂਦਾ ਨਾ, ਸਾਡੇ ਦਿਮਾਗ ਦੇ ਵਿੱਚ ਇਹ ਚੀਜ਼ ਆਉਂਦੀ ਰਹਿੰਦੀ ਹੈ ਕਿ ਹਾਏ ਅਸੀਂ ਕਿਤੇ ਬੰਦ ਪਏ ਹਾਂ, ਕਿਤੇ ਸਾਨੂੰ ਕੋਈ ਬਿਮਾਰੀ ਨਾ ਨਿਕਲੇ, ਅਸੀਂ ਆਪਣੇ ਘਰੋਂ ਦੂਰ ਹਾਂ। ਕਿਉਂਕਿ ਘਰੇ ਤਾਂ ਬੰਦਾ ਆਰਾਮ ਦੇ ਨਾਲ ਖੁਸ਼ੀ ਵੀ ਰਹਿ ਲੈਂਦਾ ਹੈ ਕਿ ਉਹਨੂੰ ਪਤਾ ਹੈ ਕਿ ਉਹ ਆਪਣੇ ਘਰ ਹੈ, ਸੇਫ ਹੈ, ਜੇ ਕੋਈ ਦਿੱਕਤ ਆਈ ਉਸ ਦਾ ਹੱਲ ਵੀ ਹੋ ਜਾਏਗਾ। ਜਦੋਂ ਕਿਤੇ ਬਾਹਰ ਕੁਆਰੰਟਾਈਨ ਕੀਤਾ ਜਾਂਦਾ ਹੈ, ਇਸ ਚੀਜ਼ ਦਾ ਡਰ ਬਾਰ-ਬਾਰ ਸਤਾਉਂਦਾ ਹੈ ਕਿ ਜੇ ਕਿਤੇ ਕਰੋਨਾ ਦੀ ਰਿਪੋਰਟ ਪੋਜ਼ਿਟਿਵ ਆ ਗਈ, ਇੱਥੋਂ ਸਿੱਧਾ ਹਸਪੀਟਲ ਨਾ ਮੂਵ ਕਰ ਦੇਣ, ਉੱਥੇ ਪਤਾ ਨਹੀਂ ਕਿਸੇ ਨਾਲ ਮਿਲਣ ਦੇਣਾ ਕਿ ਨਹੀਂ ਮਿਲਣ ਦੇਣਾ। ਸੋ ਇਹ ਸਾਈਕੋਲੋਜੀਕਲੀ ਇਫੈਕਟ ਪੈਂਦੇ ਨੇ। ਇਹ ਇੱਕ ਮਾਈਂਡ ਗੇਮ ਵੀ ਹੈ ਕਰੋਨਾ ਦੀ, ਕਿਉਂਕਿ ਜਦੋਂ ਤੁਸੀਂ ਹਿੰਮਤ ਦੇ ਨਾਲ ਉਸ ਚੀਜ਼ ਨੂੰ ਹੌਸਲੇ ਦੇ ਨਾਲ ਖੇਡਦੇ ਹੋ ਜਾਂ ਹੌਸਲੇ ਦੇ ਨਾਲ ਉਸ ਚੀਜ਼ ਚੋਂ ਨਿਕਲਦੇ ਹੋ, ਫਿਰ ਯਕੀਨਨ ਹੁੰਦਾ ਹੈ ਕਿ ਤੁਸੀਂ ਜਿੱਤ ਜਾਓਗੇ ਔਰ ਤੁਹਾਡੇ ਤੇ ਮਾਈਂਡ ਪ੍ਰੈਸ਼ਰ ਵੀ ਬਹੁਤਾ ਨਹੀਂ ਬਣਦਾ। ਸੋ ਜਿਹੜੀ ਹੋਮ ਕੁਆਰੰਟਾਈਨ ਦੀ ਚੀਜ਼ ਹੈ ਉਹ ਵਾਕਈ ਹੀ ਇੱਕ ਸ਼ਲਾਘਾਯੋਗ ਕਦਮ ਹੈ। ਬਿਲਕੁਲ, ਸਭ ਤੋਂ ਵਧੀਆ ਗੇਮ ਤੇ ਸਾਈਕੋਲੋਜੀ ਦੀ ਹੈ, ਮਾਈਂਡ ਦੀ ਗੇਮ ਹੈ। ਜਿੰਨਾ ਮਾਈਂਡ ਸਟਰੋਂਗ ਹੈ ਤੁਹਾਡਾ, ਸਾਈਕੋਲੋਜੀ ਸਟਰੋਂਗ ਹੈ ਤੁਹਾਡੀ, ਉਹਨਾਂ ਤੁਸੀਂ ਉਸ ਬਿਮਾਰੀ ਦੇ ਉੱਤੇ ਜਾਂ ਉਸ ਅਵਸਥਾ ਦੇ ਉੱਤੇ ਕਾਬੂ ਪਾ ਸਕਦੇ ਹੋ। ਯੂ ਕੈਨ ਹੈਂਡਲ ਦ ਸਿਚੁਏਸ਼ਨ। ਜੇ ਤੁਸੀਂ ਦਿਮਾਗੀ ਤੌਰ ਤੇ ਵੀਕ ਹੋ, ਤੁਸੀਂ ਕੋਈ ਵੀ ਕੰਮ ਨਹੀਂ ਕਰ ਸਕਦੇ ਹੋ। ਬਿਲਕੁਲ। ਸੋ ਤੁਹਾਨੂੰ ਹੋਮ এনवायरमेंट ਬਹੁਤ ਸਪੋਰਟ ਕਰੇਗਾ, ਜਾਂ ਜਿਸ এনवायरमेंट ਨਾਲ ਤੁਹਾਡੀ ਵਾਕਫੀਅਤ ਹੈ ਉਹ ਤੁਹਾਨੂੰ ਹਮੇਸ਼ਾ ਸਪੋਰਟ ਕਰੇਗਾ। ਇੱਕ ਓਪਰੀ ਥਾਂ ਤੇ ਜਾ ਕੇ ਰਹਿਣਾ, ਥੋੜੇ ਦਿਨ ਤਾਂ ਆਪਣੇ ਆਪ ਨੂੰ ਥੋੜਾ ਐਡਜਸਟ ਕਰਨ ਚ ਲੱਗ ਜਾਂਦੇ ਨੇ, ਉਸ ਨੂੰ ਐਕਸੈਪਟ ਕਰਨ ਚ ਲੱਗ ਜਾਂਦੇ ਨੇ। ਸੋ ਬਹੁਤ ਵਧੀਆ ਹੈ ਕਿ ਜੇ ਤੁਸੀਂ ਘਰ ਜਾ ਕੇ ਕੁਆਰੰਟਾਈਨ ਕਰੋ। ਸੋ ਹਮੇਸ਼ਾ ਇਹ ਵੀ ਇਨਸਾਨ ਨੂੰ ਕਿਹਾ ਜਾਂਦਾ ਹੈ ਕਿ ਜਿੱਥੇ ਵੀ ਜਾਓ ਫੀਲ ਐਟ ਹੋਮ, ਫੀਲ ਐਟ ਹੋਮ ਬਾਰ-ਬਾਰ ਅਸੀਂ ਕਹਿੰਦੇ ਹਾਂ। ਉਹਦੇ ਪਿੱਛੇ ਇਹੀ ਮਕਸਦ ਹੁੰਦਾ ਹੈ ਕਿ ਤੁਸੀਂ ਆਪਣੇ ਦਿਮਾਗ ਨੂੰ ਤਿਆਰ ਕਰੋ ਕਿ ਉਹ ਐਕਸੈਪਟ ਕਰੇ, ਚਾਹੇ ਨਵੀਂ ਥਾਂ ਹੈ ਤਾਂ ਵੀ ਐਕਸੈਪਟ ਕਰੇ ਕਿ ਮੈਂ ਇੱਥੇ ਕੰਫਰਟੇਬਲ ਹਾਂ। ਤੇ ਹੁਣ ਗੱਲ ਕਰਦੇ ਹਾਂ ਕੈਨੇਡਾ ਦੀ। ਠੀਕ ਹੈ ਜੀ, ਤੇ ਕੈਨੇਡਾ ਦੀ ਲੇਟੈਸਟ ਅਪਡੇਟ ਇਹ ਹੈ ਕਿ ਉਹ ਵੀ ਕਰੋਨਾ ਦੇ ਨਾਲ ਹੀ ਜੁੜੀ ਹੋਏਗੀ ਯਕੀਨਨ, ਪਰ ਕਰੋਨਾ ਦੇ ਕਾਰਨ ਬਹੁਤ ਸਾਰੇ ਦੇਸ਼ ਇਸ ਉੱਤੇ ਵਿਚਾਰ ਕਰ ਰਹੇ ਸੀ ਕਿ ਕਰੋਨਾ ਦਾ ਇੱਕ ਵੈਕਸੀਨ ਪਾਸਪੋਰਟ ਸ਼ੁਰੂ ਕੀਤਾ ਜਾਏ। ਸੋ ਹੁਣ ਵੈਕਸੀਨ ਪਾਸਪੋਰਟ ਦੀ ਸ਼ੁਰੂਆਤ ਹੋਣ ਲੱਗੀ ਹੈ ਕੈਨੇਡਾ ਦੇ ਵਿੱਚ। 3 ਨਵੰਬਰ ਤੋਂ ਇਸ ਨੂੰ ਲਾਗੂ ਕਰ ਦਿੱਤਾ ਜਾਏਗਾ ਔਰ ਇਹ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਨੇ ਕਿ ਇਸ ਤੋਂ ਬਿਨਾਂ ਤੁਸੀਂ ਕੋਈ ਵੀ ਕਿਸੇ ਵੀ ਤਰੀਕੇ ਦਾ ਸਫ਼ਰ ਨਹੀਂ ਕਰ ਸਕਦੇ। ਸੋ ਕਰੋਨਾ ਵੈਕਸੀਨ ਨੂੰ ਡੈਡੀਕੇਟ ਕੀਤਾ ਗਿਆ ਹੈ ਵੈਕਸੀਨ ਪਾਸਪੋਰਟ। ਇਹਦੇ ਵਿੱਚ ਪੂਰੀਆਂ ਡਿਟੇਲਸ ਹੋਣੀਆਂ ਚਾਹੀਦੀਆਂ ਨੇ, ਤੁਹਾਡਾ ਜਨਮ ਤਿਥੀ, ਤੁਹਾਡਾ ਨਾਂ, ਐਵਰੀ ਡਿਟੇਲ, ਤੁਸੀਂ ਇੰਜੈਕਸ਼ਨਸ ਕਦੋਂ ਲਵਾਏ ਸੀ ਔਰ ਇੰਜੈਕਸ਼ਨਸ ਫਰਸਟ ਲਗਾਇਆ ਹੈ ਤਾਂ ਸੈਕਿੰਡ ਕਦੋਂ ਲਗਵਾਉਣਾ ਹੈ, ਪੂਰੀਆਂ ਡਿਟੇਲਸ ਹੋਣ। ਔਰ ਤੁਹਾਨੂੰ ਇੰਜੈਕਸ਼ਨ ਲੱਗਣ ਤੋਂ ਬਾਅਦ ਕਿਸ ਤਰ੍ਹਾਂ ਦਾ ਬਾਡੀ ਰਿਐਕਸ਼ਨ ਹੋਇਆ ਸੀ, ਬੁਖਾਰ ਹੋਇਆ ਸੀ ਕਿ ਨਹੀਂ ਹੋਇਆ ਸੀ, ਇਹ ਸਭ ਚੀਜ਼ਾਂ ਉਹਨਾਂ ਨੇ ਡਿਟੇਲਸ ਮੰਗੀਆਂ ਨੇ ਤਾਂ ਕਿ ਪਤਾ ਲੱਗ ਸਕੇ ਕਿ ਤੁਹਾਡੀ ਬਾਡੀ ਰਿਸਪੌਂਡ ਕਿੱਦਾਂ ਕਰ ਰਹੀ ਹੈ ਔਰ ਤੇ ਬਾਕੀ ਯਾਤਰੀਆਂ ਨੂੰ ਤੁਹਾਡੇ ਨਾਲ ਜਾਣ 'ਚ ਕੋਈ ਰਿਸਕ ਤਾਂ ਨਹੀਂ ਹੈ। ਸੋ ਇਹ ਜਿਹੜਾ ਵੈਕਸੀਨ ਪਾਸਪੋਰਟ ਹੈ, ਇਟਸ ਅ ਗੁੱਡ ਸਾਈਨ ਕੈਨੇਡਾ ਗਵਰਨਮੈਂਟ ਨੇ ਜੋ ਜਾਰੀ ਕੀਤਾ ਹੈ। ਔਰ ਵਾਕਈ ਬਾਕੀ ਦੇਸ਼ਾਂ ਦੀਆਂ ਗਵਰਨਮੈਂਟਸ ਨੂੰ ਵੀ ਇਸ ਬਾਰੇ ਸੋਚਣਾ ਚਾਹੀਦਾ ਹੈ ਕਿ ਉਹ ਵੀ ਲੋਕਲ ਫਲਾਈਟਸ ਹੋਣ ਜਾਂ ਬਾਹਰ ਦੀਆਂ ਫਲਾਈਟਸ ਹੋਣ, ਉਹਦੇ ਵਾਸਤੇ ਇਸ ਤਰ੍ਹਾਂ ਦੇ ਪਾਸਪੋਰਟ ਜ਼ਰੂਰੀ ਨੇ। ਕਿਹਾ ਜਾ ਰਿਹਾ ਹੈ ਕਿ ਸ਼ਾਇਦ ਟਰੂਡੋ ਸਰਕਾਰ ਦੇ ਇਸ ਕਦਮ ਤੋਂ ਬਾਅਦ ਬਾਕੀ ਦੇਸ਼ ਵੀ ਇਹ ਹਮਲਾ ਮਾਰਨਗੇ, ਉਹ ਵੀ ਸ਼ਾਇਦ ਅਜਿਹੇ ਵੈਕਸੀਨ ਪਾਸਪੋਰਟ ਜਾਰੀ ਕਰ ਦੇਣਗੇ ਜੋ ਕਿ ਜ਼ਰੂਰੀ ਹਨ। ਜਿਵੇਂ ਕਿ ਸੰਜੀਵ ਖੰਨਾ ਹੋਣਾ ਨੇ ਪਹਿਲੇ ਦੱਸਿਆ ਕਿ ਨਾਮ, ਜਨਮ ਤਾਰੀਖ, ਤੁਹਾਡੀ ਕੋਵਿਡ-19 ਟੀਕੇ ਦੀ ਹਿਸਟਰੀ, ਪਹਿਲਾ ਟੀਕਾ ਕਦੋਂ ਲਵਾਇਆ ਸੀ, ਦੂਸਰਾ ਟੀਕਾ ਕਦੋਂ ਲੱਗਾ, ਔਰ ਨਾਲ ਦੇ ਨਾਲ ਤੁਹਾਨੂੰ ਜਦੋਂ QR ਕੋਡ ਵੀ ਦਿੱਤਾ ਜਾਏਗਾ। ਸੋ ਬਹੁਤ ਸਾਰੇ ਜਿਹੜੀ ਡੀਪ ਤੁਹਾਡੇ ਪ੍ਰਤੀ ਜਾਣਕਾਰੀ ਰੱਖੀ ਜਾਏਗੀ ਜੋ ਕਿ ਲਾਜ਼ਮੀ ਹੈ। ਨਾਲ ਦੇ ਨਾਲ ਇਹ ਪੰਜਾਬੀਆਂ ਦੇ ਲਈ ਤਾਂ ਬਹੁਤ ਖੁਸ਼ੀ ਦੀ ਖਬਰ ਵੀ ਹੈ, ਖੁਸ਼ੀ ਦੇ ਨਾਲ ਨਾਲ ਬਹੁਤ ਅਹਿਮ ਜਾਣਕਾਰੀ ਪੰਜਾਬੀਆਂ ਦੇ ਲਈ ਵੀ ਹੈ, ਕਿਉਂਕਿ ਨਿਊ ਈਅਰ ਦੇ ਉੱਤੇ ਖਾਸ ਤੌਰ ਤੇ ਜਿਹੜੇ ਪੰਜਾਬੀ ਲੋਕ ਨੇ ਕੈਨੇਡਾ ਦੇ ਵਿੱਚ ਬਹੁਤ ਵਸਦੇ ਨੇ ਤੇ ਨਵੇਂ ਸਾਲ ਦੇ ਦੌਰਾਨ ਆਉਣਾ ਜਾਣਾ ਪੰਜਾਬ ਟੂ ਕੈਨੇਡਾ, ਕੈਨੇਡਾ ਟੂ ਪੰਜਾਬ ਲੱਗਿਆ ਹੀ ਰਹਿੰਦਾ ਹੈ। ਸੋ ਇਸ ਚੀਜ਼ ਦਾ ਖਾਸ ਖਿਆਲ ਰੱਖਿਆ ਜਾਵੇ ਕਿ ਆਫਟਰ 30th ਆਫ ਨਵੰਬਰ ਤੁਹਾਡੀ ਐਂਟਰੀ ਕੈਨੇਡਾ 'ਚ ਬਿਨਾਂ ਵੈਕਸੀਨ ਪਾਸਪੋਰਟ ਦੇ ਨਹੀਂ ਹੋ ਸਕਦੀ, ਕਿਉਂਕਿ ਸਾਡੇ ਤਿਉਹਾਰ ਤਾਂ ਚੱਲਦੇ ਹੀ ਰਹਿੰਦੇ ਨੇ, ਆਣਾ ਜਾਣਾ ਤਾਂ ਲੱਗਾ ਹੀ ਰਹਿੰਦਾ। ਮੈਨੂੰ ਯਾਦ ਆ ਗਿਆ ਉਹ ਆਪਣਾ ਜਦੋਂ ਆਪਾਂ ਪੜ੍ਹਦੇ ਹੁੰਦੇ ਸੀ ਨਾ, ਜਦੋਂ ਕੋਈ ਵੀ ਐਸੇ ਹੁੰਦਾ ਸੀ ਕਿ ਫਲਾਣੇ ਤਿਉਹਾਰ ਦੇ ਉੱਤੇ ਐਸੇ ਲਿਖੋ, ਤੇ ਹਰ ਬੱਚੇ ਨੇ ਪਹਿਲੀ ਲਾਈਨ ਇਹ ਪੜ੍ਹੀ ਹੈ ਕਿ ਭਾਰਤ ਤਿਉਹਾਰਾਂ ਦਾ ਦੇਸ਼ ਹੈ, ਇੱਥੇ ਬਹੁਤ ਤਿਉਹਾਰ ਮਨਾਏ ਜਾਂਦੇ ਹਨ। ਔਰ ਅਸੀਂ ਇਹ ਵੀ ਪੜ੍ਹਾ ਦਿੰਦੇ ਹਾਂ ਕਿ ਜੇ ਹਰ ਤਿਉਹਾਰ ਦੀ ਛੁੱਟੀ ਹੋਵੇ ਤਾਂ ਸਾਰਾ ਸਾਲ ਛੁੱਟੀਆਂ ਹੀ ਰਹਿਣੀਆਂ ਨੇ, ਸ਼ਾਇਦ ਤਿਉਹਾਰ 370 ਨਿਕਲਣਗੇ। ਬਿਲਕੁਲ, ਗੱਲ ਇਹ ਹੈ ਕਿ ਅਸੀਂ ਜਦੋਂ ਹੁਣ ਗੱਲ ਕਰ ਰਹੇ ਹਾਂ ਕਿ ਜੋ ਵੈਕਸੀਨ ਪਾਸਪੋਰਟ ਹੈ ਬਹੁਤ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਪੰਜਾਬੀ ਤਿਉਹਾਰ ਮਨਾਉਣ ਵਾਸਤੇ ਆਉਂਦੇ ਰਹਿੰਦੇ ਨੇ, ਉੱਥੇ ਵੀ ਇਕੱਠੇ ਹੁੰਦੇ ਰਹਿੰਦੇ ਨੇ, ਲੋਕਲ ਫਲਾਈਟਸ ਵੀ ਰਹਿੰਦੇ ਨੇ, ਇਸ ਕਰਕੇ ਇਟਸ ਅ ਗੁੱਡ ਮੂਵਮੈਂਟ। ਔਰ ਪੂਰੇ
ਦੁਨੀਆ ਦੇ ਦੇਸ਼ਾਂ ਨੂੰ ਇਸ ਤਰ੍ਹਾਂ ਦੀਆਂ ਚੀਜ਼ਾਂ ਅਪਣਾਉਣੀਆਂ ਚਾਹੀਦੀਆਂ ਨੇ ਕੈਨੇਡਾ ਤੋਂ ਸਿੱਖਣ ਤੋਂ ਬਾਅਦ। ਤੇ ਇੱਕ ਗੱਲ ਹੋਰ ਹੈ, ਮੈਨੂੰ ਯਾਦ ਆ ਗਿਆ ਕਿ ਬਹੁਤ ਸਾਰੇ ਕਈ ਵਾਰੀ ਨਾ ਆਪਾਂ ਟ੍ਰੋਲ ਵਗੈਰਾ ਦੇਖਦੇ ਆ ਤੇ ਜਾਂ ਫਿਰ ਲੋਕੀ ਛੋਟੀਆਂ ਵੀਡੀਓਜ਼ ਬਣਾ ਕੇ ਅੱਜਕੱਲ ਪਾਉਂਦੇ ਆ ਸੋਸ਼ਲ ਸਾਈਟ ਦੇ ਉੱਤੇ, ਜਿਹੜੇ ਟਰੈਵਲਰ ਹੁੰਦੇ ਆ ਖਾਸ ਤੌਰ ਤੇ। ਬਹੁਤ ਸਾਰੇ ਟਰੈਵਲਰ ਇਦਾਂ ਦੇ ਨੇ ਸੰਜੀਵ ਖੰਨਾ ਜੀ, ਜਿਹੜੇ ਇਸ ਵਿਸ਼ੇ ਦੇ ਉੱਤੇ ਵੀਡੀਓ ਬਣਾਉਂਦੇ ਨੇ ਕਿ ਕੈਨੇਡਾ ਦੇ ਵਿੱਚ ਪੰਜਾਬੀ ਸਰਰੇ ਹੈ ਜਾਂ ਟੋਰਾਂਟੋ ਹੈ, ਉੱਥੋਂ ਦੀਆਂ ਪਾਰਕਾਂ ਦੇ ਵਿੱਚ ਘੁਮਾਉਣ ਲੈ ਕੇ ਜਾਂਦੇ ਨੇ। ਤੁਹਾਨੂੰ ਕਹਿੰਦੇ ਐਵੇਂ ਲੱਗਦਾ ਕਿ ਇੱਕ ਪਲ ਦੇ ਲਈ ਤੁਸੀਂ ਸੱਚਮੁੱਚ ਪੰਜਾਬ 'ਚ ਆ ਗਏ। ਇਸ ਉੱਤੇ ਕਪਿਲ ਸ਼ਰਮਾ ਨੇ ਵੀ ਕਾਮੇਡੀ ਕੀਤੀ ਸੀ। ਉਹਨਾਂ ਨੇ ਕਿਹਾ ਸੀ ਕਿ ਮੈਨੂੰ ਇਦਾਂ ਲੱਗਦਾ ਹੈ ਕਿ ਟੋਰਾਂਟੋ ਦੇ ਵਿੱਚ ਇੱਕ ਦੋ ਅੰਗਰੇਜ਼ ਘੁੰਮ ਰਹੇ ਆ। ਅਸੀਂ ਅੰਮ੍ਰਿਤਸਰਾਂ 'ਚ ਅੰਮ੍ਰਿਤਸਰ ਅੰਗਰੇਜ਼ ਆਏ ਹੋਏ ਆ। ਕਈ ਵਾਰ ਪ੍ਰੋਨਾਂਸੀਏਸ਼ਨ ਨੂੰ ਲੈ ਕੇ ਵੀ ਗੱਲ ਕਰਦੇ ਨੇ, ਕਈ ਲੋਕ ਕਹਿੰਦੇ ਨੇ ਕੈਨੇਡਾ, ਕਹਿੰਦੇ ਨਹੀਂ ਕੈਨੇਡਾ ਬੋਲੋ। ਦੇਖੋ ਜਿਹੜਾ ਤਾਂ ਅਸਲੀ ਪੰਜਾਬੀ ਤਾਂ ਕੈਨੇਡਾ ਹੀ ਕਹੂਗਾ, ਹਨਾ, ਪਰ ਇਦਾਂ ਦੀ ਗੱਲ ਨਹੀਂ ਹੈ। ਹੁਣ ਸਾਨੂੰ ਆਦਤ ਪੈ ਗਈ ਕੈਨੇਡਾ ਕਹਿਣ ਦੀ ਜਾਂ ਕੈਨੇਡਾ, ਪਰ ਇਹ ਗੱਲ ਹੈ ਕਿ ਇਹ ਗੱਲ ਪੱਕੀ ਹੈ ਸੰਜੀਵ ਖੰਨਾ ਜੀ, ਲੋਕਾਂ ਦਾ ਅਮਰੀਕਾ, ਪੰਜਾਬੀਆਂ ਦਾ ਅਮਰੀਕਾ, ਲੋਕਾਂ ਦਾ ਇੰਗਲੈਂਡ, ਪੰਜਾਬੀਆਂ ਦੀ ਬਲੈਤ ਸੋ ਉਹਦਾ ਹੀ ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ। ਸੋ ਇਹ ਸਭ ਚੀਜ਼ਾਂ ਜ਼ਰੂਰੀ, ਹਰੇਕ ਚੀਜ਼ ਨੂੰ ਉਹਨਾਂ ਨੇ ਨਾਂ ਦੇਣਾ ਹੈ ਆਪਣਾ। ਔਰ ਵੈਸੇ ਵੀ ਅਸੀਂ ਪੰਜਾਬੀ ਭਾਸ਼ਾ ਪਾਣੀ ਪੂਣੀ ਦਾ ਕੋਈ ਹੁਣ ਦੇਖੋ ਆਮ ਤੌਰ ਤੇ ਲੋਕਾਂ ਕੋਲ ਕਵਾਤ ਨੂੰ ਜਾਣਾ ਨਾ, ਸਾਡੇ ਕਬੈਤ ਨਹੀਂ ਨਾ, ਜਦੋਂ ਤੱਕ ਕਹਿੰਦੇ ਪੰਜਾਬੀ ਉੱਤੇ ਸਵਾਦ ਨਹੀਂ ਆਉਂਦਾ। ਮੈਂ ਉਹੀ ਕਹਿ ਰਿਹਾ ਕਿ ਅਸੀਂ ਆਪਣੀ ਭਾਸ਼ਾ ਡਿਵੈਲਪ ਕਰਦੇ ਹਾਂ। ਕਈ ਵਾਰ ਅਸੀਂ ਕਹਿੰਦੇ ਹਾਂ ਪਾਣੀ ਪੂਣੀ ਪੀ ਲਓ ਜਾਂ ਪਾਣੀ ਧਾਣੀ ਪੀ ਲਓ। ਹੁਣ ਧਾਣੀ ਦਾ ਕੋਈ ਮਤਲਬ ਨਹੀਂ ਹੈ, ਰੋਟੀ ਰਾਟੀ ਖਾ ਲਓ, ਰਾਟੀ ਦਾ ਕੋਈ ਮਤਲਬ ਨਹੀਂ, ਪਰ ਸਾਡੀ ਇੱਕ ਭਾਸ਼ਾ ਹੈ। ਔਰ ਠੀਕ ਉਸੇ ਤਰ੍ਹਾਂ ਅਸੀਂ ਅਲੱਗ-ਅਲੱਗ ਕੰਟਰੀਜ਼ ਦੇ ਨਾਂ ਵੀ ਅਸੀਂ ਆਪਣੀ ਤਰ੍ਹਾਂ ਨਾਲ ਡਿਵੈਲਪ ਕਰਦੇ ਹਾਂ। ਸੋ ਕੈਨੇਡਾ ਠੀਕ ਹੈ, ਕੈਨੇਡਾ ਥੋੜਾ ਉਪਰਾ ਲੱਗਦਾ ਹੈ। ਉਹ ਇਦਾਂ ਲੱਗਦਾ ਜਦੋਂ ਕੈਨੇਡਾ ਕਹਿੰਦੇ ਨਾ ਕਿਸੇ ਵਿਦੇਸ਼ ਨੂੰ ਚੱਲੇ ਆ, ਕੈਨੇਡਾ ਕਹਿੰਦੇ ਇਦਾਂ ਲੱਗਦਾ ਅੰਮ੍ਰਿਤਸਰ ਦੇ ਲਾਗੇ ਪੈਂਦਾ। ਬਿਲਕੁਲ ਗੁਆਂਢ ਚੱਲੇ ਹਾਂ, ਗੁਆਂਢ 'ਚ ਚੱਲੇ ਆ। ਦੈਟ ਇਜ਼ ਵਾਈ ਕੈਨੇਡਾ। ਮੈਨੂੰ ਇਦਾਂ ਡਰ ਲੱਗਦਾ ਕਿ ਤੇ ਉਹ ਟਾਈਮ, ਮਤਲਬ ਡਰ ਤਾਂ ਨਹੀਂ, ਚਲੋ ਸਾਡੇ ਪੰਜਾਬੀ ਭਾਈਚਾਰੇ ਤਾਂ ਮਾਣ ਦੀ ਗੱਲ ਹੋ ਗਈ, ਅੰਗਰੇਜ਼ਾਂ ਨੂੰ ਚਾਹੇ ਇਸ ਗੱਲ ਤੋਂ ਡਰ ਲੱਗੇ ਕੈਨੇਡਾ ਦਾ ਨਾਮ ਕੈਨੇਡਾਪੁਰ ਨਾ ਹੋ ਜਾਵੇ। ਚਲੋ, ਕਿਉਂਕਿ ਪੰਜਾਬੀਆਂ ਦੇ ਜਿੰਨੇ ਵੀ ਪਿੰਡ ਹੁੰਦੇ ਨਾ ਨਾਲ ਪੁਰ ਤਾਂ ਜ਼ਰੂਰ ਲੱਗਿਆ ਹੁੰਦਾ, ਜਾਂ ਵਾਲਾ ਲੱਗਿਆ ਹੁੰਦਾ, ਜਿਹੜਾ ਮਾਨਾ ਵਾਲਾ। ਮੈਂ ਆਪਣਾ ਦੱਸ ਦਿੰਨੀ ਹੈ, ਨਹੀਂ ਪਿੰਡ ਤਾਂ ਮੇਰਾ ਮਾਨਾ ਵਾਲਾ ਨਹੀਂ ਹੈ, ਪਰ ਉਦਾਂ ਮਾਨਾ ਵਾਲਾ ਪਿੰਡ ਹੈਗਾ ਆ। ਤੇ ਏਦਾਂ ਫਿਰ ਹੋ ਸਕਦਾ ਕੈਨੇਡਾ ਵਾਲਾ, ਸੋ ਵਾਲਾ ਹੁੰਦਾ ਨਾਲ। ਅੱਛਾ, ਕੈਨੇਡਾ ਵਾਲਾ ਤੋਂ ਗੱਲ ਚੇਤਾ ਆਈ, ਕਿੰਨੇ ਲੋਕ ਹਨ ਜਿਨ੍ਹਾਂ ਨੇ ਘਰਾਂ ਦੇ ਬਾਹਰ ਤਾਕਤੀਆਂ ਲਾਈਆਂ ਹੁੰਦੀਆਂ, ਫਲਾਨਾ ਸਿੰਘ UK ਤੋਂ, ਫਲਾਨਾ ਸਿੰਘ USA ਤੋਂ, ਫਲਾਨਾ ਸਿੰਘ ਕੈਨੇਡਾ ਤੋਂ। ਇਦਾਂ ਲੱਗਦਾ ਇਹ ਕਿਹੜੀ ਡਿਗਰੀ ਆ? ਇੰਡੀਆ 'ਚ ਤਾਂ IAS IPS PCS ਇਦਾਂ ਦੀਆਂ ਡਿਗਰੀਆਂ ਚੱਲਦੀਆਂ, ਇਹ ਨਵੀਂ ਜੀ ਆ ਗਈ। ਬਿਲਕੁਲ ਨਵੀਂ ਆ ਗਈ, ਕਿਉਂਕਿ ਪੁਰਾਤਨ ਸਮੇਂ 'ਚ ਨਾ ਇਹ ਬਹੁਤ ਵੱਡੀ ਗੱਲ ਸੀ ਕਿ ਇਹ ਬਾਹਰੋਂ ਘੁੰਮ ਕੇ ਆਇਆ ਹੈ ਬੰਦਾ। ਅੱਛਾ, ਹਾਂ। ਔਰ ਅੱਜ ਇਹ ਆਮ ਗੱਲ ਹੈ, ਕਿਉਂਕਿ ਅੱਜ ਕੱਲ੍ਹ ਬਹੁਤ ਜ਼ਿਆਦਾ, ਮਤਲਬ ਤੁਸੀਂ ਜਾਂਦੇ ਹੀ ਰਹਿੰਦੇ ਹੋ। ਕਈ ਲੋਕ ਤਾਂ ਇਦਾਂ ਜਾਂਦੇ ਨੇ ਜਿਵੇਂ ਸ਼ਾਪਿੰਗ ਕਰਨ ਗਏ ਨੇ, ਹੈ ਨਾ, ਚਲੋ ਉੱਥੇ ਜਾ ਕੇ ਖਾਣਾ ਖਾ ਕੇ ਆਉਂਦੇ। ਅਮੀਰ ਨੇ ਵੀ ਕੀ ਕੀਤਾ ਜਾਏ, ਉਹਨਾਂ ਕੋਲ ਪੈਸਾ ਹੈ, ਜਾ ਸਕਦੇ ਨੇ। ਅੱਜ ਦਾ ਜੀ ਅੱਛਾ ਡਿਨਰ ਉੱਥੇ ਕਰਦੇ ਕਿਉਂਕਿ ਬਰਥਡੇ ਹੈ ਮੁੰਡੇ ਦਾ, ਅਸੀਂ ਖਾਣਾ ਖਾਣ ਵਾਸਤੇ ਇੰਗਲੈਂਡ ਜਾ ਰਹੇ ਹਾਂ। ਓਕੇ, ਸੋ ਇਹ ਵੀ ਚੀਜ਼ਾਂ ਹੈਗੀਆਂ ਨੇ, ਸ਼ਾਪਿੰਗ ਕਰਨ ਵਾਸਤੇ ਜਾ ਰਹੇ ਹਾਂ। ਪੁਰਾਣੇ ਵਕਤ ਵਿੱਚ ਉਹ ਚੀਜ਼ ਨਹੀਂ ਸੀ, ਆਮ ਚੀਜ਼ ਨਹੀਂ ਸੀ, ਖਾਸ ਚੀਜ਼ ਸੀ, ਇਸ ਕਰਕੇ ਤਖਤੀਆਂ ਲਾਈਆਂ ਹੋਈਆਂ ਸੀ। ਅਸੀਂ ਕੈਨੇਡਾ ਹੋ ਕੇ ਆਏ ਹਾਂ, ਅਸੀਂ ਅਮਰੀਕਾ ਹੋ ਕੇ ਆਏ ਹਾਂ, ਅਸੀਂ ਇੰਗਲੈਂਡ ਹੋ ਕੇ ਆਏ ਹਾਂ। ਸੋ ਟਾਈਮ ਦੇ ਨਾਲ ਸਭ ਕੁਝ ਚੇਂਜ ਹੁੰਦਾ ਹੈ। ਸੇ ਟਾਈਮ ਦੇ ਨਾਲ ਇਹ ਵੀ ਚੇਂਜ ਹੋਇਆ ਕਿ ਜਿਸ ਤਰ੍ਹਾਂ ਸ਼ੁਰੂ 'ਚ ਗਵਰਨਮੈਂਟਸ ਨੇ ਅਲੱਗ-ਅਲੱਗ ਪਾਲਿਸੀਜ਼ ਅਪਣਾਈਆਂ। ਉਹਨੇ ਵੈਕਸੀਨ ਪਾਸਪੋਰਟ, ਇਹ ਪਹਿਲੀ ਵਾਰ ਆਪਾਂ ਸੁਣਿਆ ਹੈ, ਵੈਕਸੀਨ ਪਾਸਪੋਰਟ, ਜੋ ਕੈਨੇਡਾ ਦੀ ਗਵਰਨਮੈਂਟ ਨੇ ਜਾਰੀ ਕੀਤਾ। ਬਿਲਕੁਲ ਸਹੀ ਗੱਲ ਹੈ। ਔਰ ਦੇਖੋ ਤੁਸੀਂ ਗੱਲ ਕੀਤੀ ਹੈ ਕਿ ਸਮੇਂ ਦਾ ਕਿਸੇ ਨੂੰ ਨਹੀਂ ਪਤਾ ਹੁੰਦਾ, ਗੱਲ ਫਿਰ ਉੱਥੇ ਘੁੰਮ ਕੇ ਆਉਂਦੀ ਹੈ ਕਿ ਇਸ ਮਾੜੇ ਸਮੇਂ ਦੀ ਸ਼ੁਰੂਆਤ ਚੀਨ ਤੋਂ ਹੋਈ ਸੀ। ਇੱਕ ਵਾਰੀ ਫੇਰ ਚੀਨ ਜਿਹੜਾ ਆ ਹੈ ਨਵੇਂ ਰੂਪ ਦੇ ਵਿੱਚ ਫਸ ਰਿਹਾ ਹੈ। ਔਰ ਜਿਹੜੇ ਲੋਕਾਂ ਤੋਂ ਇਹ ਮਤਲਬ ਕਿ ਦੁਬਾਰਾ ਕਰੋਨਾ ਫੈਲਿਆ ਨਾ, ਉਹਨਾਂ ਦੇ ਉੱਤੇ ਜਾਂਚ ਕੀਤੀ ਜਾਂਦੀ ਹੈ ਕਿ ਉਹ ਕਿੱਥੇ ਕਿੱਥੇ ਘੁੰਮੇ ਸੀ, ਕਿੱਥੇ ਕਿੱਥੇ ਗਏ ਸੀ। ਉਹ ਜਿੱਥੇ ਜਿੱਥੇ ਗਏ ਆ ਉੱਥੋਂ ਕਿੰਨੇ ਕਿੰਨੇ ਲੋਕ ਦੁਬਾਰਾ ਲੱਭੀ ਜਾ ਰਹੇ ਆ ਕਰੋਨਾ ਦੇ, ਜਿੱਥੇ ਜਿੱਥੇ ਟੈਸਟ ਹੋ ਰਿਹਾ ਆ, ਜਿੱਥੇ ਜਿੱਥੇ ਚਾਈਨਾ ਦੇ ਕੁਝ ਲੋਕਾਂ ਤੋਂ ਦੁਬਾਰਾ ਕਰੋਨਾ ਫੈਲ ਰਿਹਾ, ਉਹ ਕਿਹੜੀ ਟ੍ਰੇਨ 'ਚ ਗਏ, ਉੱਥੋਂ ਬੰਦੇ ਫੜ ਲਏ, ਉਹ ਕਿੱਥੇ ਗਏ, ਉੱਥੋਂ ਫੜ ਲਏ। ਸੋ ਇਹ ਬੜੀ ਦਿੱਕਤ ਦੀ ਗੱਲ ਹੈ। ਉੱਥੇ ਨਾ ਇੱਕ ਬਜ਼ੁਰਗ ਜੋੜੇ ਦਾ ਬਾਰ-ਬਾਰ ਜ਼ਿਕਰ ਮਿਲ ਰਿਹਾ ਚੀਨ ਦੇ ਵਿੱਚ। ਉਹ ਬਜ਼ੁਰਗ ਜੋੜਾ ਜਿੱਥੇ ਜਿੱਥੇ ਗਿਆ ਹੈ, ਉੱਥੇ ਉੱਥੇ ਸਾਨੂੰ ਜ਼ਿਆਦਾ ਕੇਸਿਸ ਮਿਲੇ ਨੇ, ਕਰੋਨਾ ਦੇ ਨਵੇਂ ਕੇਸਿਸ। ਹੁਣ ਇਸ ਬਜ਼ੁਰਗ ਜੋੜੇ ਨੂੰ ਲੱਭਿਆ ਜਾ ਰਿਹਾ ਹੈ। ਹੋ ਸਕਦਾ ਲੱਭਿਆ ਵੀ ਗਿਆ ਹੋਵੇ ਤੇ ਉਹਨਾਂ ਨੂੰ ਕੁਆਰੰਟਾਈਨ ਕੀਤਾ ਗਿਆ ਹੋਵੇ ਔਰ ਉਹਨਾਂ ਨੂੰ ਟੈਸਟ ਕੀਤੇ ਗਏ ਹੁਣ ਕਿ ਇਹ ਨਵਾਂ ਵਾਇਰਸ ਕਿਹੜਾ ਡਿਵੈਲਪ ਹੋਇਆ ਹੈ ਇਹਨਾਂ ਬਜ਼ੁਰਗਾਂ ਦੇ ਵਿੱਚ। ਸੋ ਇਹ ਚੀਜ਼ਾਂ ਵੀ ਨੇ, ਕਿਉਂਕਿ ਉਸ ਜੋੜੇ ਨੂੰ ਥਾਂ ਥਾਂ ਤੇ ਦੇਖਿਆ ਗਿਆ ਔਰ ਜਿੱਥੇ ਜਿੱਥੇ ਉਹ ਗਏ ਉੱਥੇ ਕੇਸਿਸ ਵਧੇ। ਸੋ ਇਸ ਕਰਕੇ ਡਿਟੈਕਟ ਤਾਂ ਕਰ ਲਿਆ ਉਹਨਾਂ ਨੇ। ਸੋ ਦੁਨੀਆ ਭਰ 'ਚ ਹੱਲੇ ਵੀ ਖਤਰਾ ਖਤਮ ਨਹੀਂ ਹੋਇਆ, ਮੌਜੂਦ ਹੈ, ਪਰ ਅਸੀਂ ਉਮੀਦ ਕਰਦੇ ਹਾਂ ਕਿ ਜਿਵੇਂ ਫਲਾਈਟਸ ਸ਼ੁਰੂ ਹੋਈਆਂ ਨੇ, ਦੁਬਾਰਾ ਲੈਣ ਦੇਣ ਸ਼ੁਰੂ ਹੋਇਆ ਹੈ, ਇਹ ਚੱਲਦਾ ਰਹੇ। ਇਸ ਦਾ ਇੱਕ ਸਭ ਤੋਂ ਵੱਡਾ ਜਿਹੜਾ ਅਹਿਮ ਕਦਮ ਹੈ ਉਹ ਸਾਡੇ ਆਮ ਨਾਗਰਿਕਾਂ ਵੱਲੋਂ ਚੁੱਕਿਆ ਜਾਣਾ ਬੜਾ ਜ਼ਰੂਰੀ ਹੈ। ਉਹ ਇਹ ਕਦਮ ਹੈ ਕਿ ਅਸੀਂ ਕਰੋਨਾ ਦੇ ਨਾਲ ਜੁੜੇ ਹੋਏ ਸਾਰੇ ਨਿਯਮਾਂ ਦਾ ਪਾਲਣ ਕਰੀਏ। ਹਰ ਦੇਸ਼ ਦੀ ਸਰਕਾਰ, ਹਰ ਦੇਸ਼ ਦੀ ਐਡਮਿਨਿਸਟ੍ਰੇਸ਼ਨ ਜਿਹੜੀਆਂ ਵੀ ਤੁਹਾਨੂੰ ਰੂਲਸ ਐਂਡ ਰੈਗੂਲੇਸ਼ਨਸ ਦੇ ਪ੍ਰਤੀ ਜਾਣਕਾਰੀ ਦਿੰਦੀ ਹੈ ਕਰੋਨਾ ਨੂੰ ਲੈ ਕੇ, ਉਸਨੂੰ ਜ਼ਰੂਰ ਅਪਣਾਇਆ ਜਾਏ ਤਾਂ ਜੋ ਭਵਿੱਖ ਤੋਂ
ਬਚਾ ਕੀਤਾ ਜਾ ਸਕੇ। ਬਿਲਕੁਲ। ਜੋ ਸਾਡਾ ਭੂਤਕਾਲ, ਸਾਡਾ ਪਾਸਟ ਹੋ ਚੁੱਕਿਆ ਹੈ, ਉਹ ਦੁਬਾਰਾ ਸਾਡਾ ਭਵਿੱਖ ਨਾ ਬਣੇ ਕਰੋਨਾ ਨੂੰ ਲੈ ਕੇ। ਇਸ ਦੇ ਲਈ ਬਹੁਤ ਜ਼ਰੂਰੀ ਹੈ ਇਹਤਿਆਤ ਰੱਖਣਾ, ਤਾਂ ਜੋ ਅਸੀਂ ਦੇਸ਼ਾਂ ਵਿਦੇਸ਼ਾਂ ਦਾ ਸਫ਼ਰ ਬੜੀ ਆਸਾਨੀ ਦੇ ਨਾਲ ਤੈਅ ਕਰਦੇ ਰਹੀਏ। ਤੇ ਨਾਲ ਇੱਕ ਚੀਜ਼ ਹੋਰ ਵੀ ਆ ਜਾਂਦੀ ਹੈ ਵਰੁਣ, ਕਿ ਜਿਸ ਤਰ੍ਹਾਂ ਸਾਡੇ ਬਜ਼ੁਰਗ ਸਾਨੂੰ ਦੱਸਦੇ ਨੇ ਘਰਾਂ ਦੇ ਵਿੱਚ ਕਿ ਤੁਸੀਂ ਆਪਣੀ ਇਮਿਊਨਿਟੀ ਨੂੰ ਕਿਸ ਤਰ੍ਹਾਂ ਵਧਾ ਸਕਦੇ ਹੋ, ਕਿਉਂਕਿ ਕਰੋਨਾ ਇਮਿਊਨਿਟੀ ਨਾਲ ਜੁੜਿਆ ਹੋਇਆ ਹੈ। ਸੋ ਕਈ ਤਰ੍ਹਾਂ ਦੇ ਮੈਥਡਸ ਉਹਨਾਂ ਕੋਲ ਵੀ ਨੇ ਜੋ ਉਹ ਸਾਡੇ ਪੁਰਾਤਨ ਸਮੇਂ ਤੋਂ ਅਪਣਾਏ ਹੋਏ ਨੇ। ਜੇ ਉਹ ਵੀ ਸਾਨੂੰ ਕਿਤੇ ਫਾਇਦੇਮੰਦ ਲੱਗਣ ਤਾਂ ਸਾਨੂੰ ਉਹ ਵੀ ਅਪਣਾਉਣੇ ਚਾਹੀਦੇ ਨੇ, ਕਿਉਂਕਿ ਰਿਜ਼ਲਟ ਲੈਣਾ ਹੈ, ਰਿਜ਼ਲਟ ਕਿਸੇ ਵੀ ਤਰੀਕੇ ਨਾਲ ਆਵੇ ਮਾੜਾ ਨਹੀਂ ਹੁੰਦਾ। ਜੀ ਬਿਲਕੁਲ। ਹੁਣ ਸੰਜੀਵ ਖੰਨਾ ਤੇ ਵਰੁਣ ਕੌਰ ਮਾਨ ਨੂੰ ਪ੍ਰੋਗਰਾਮ ਕਰੰਟ ਨਿਊਜ਼ ਐਂਡ ਵਿਊਜ਼ ਖਤਮ ਕਰਨ ਦੀ ਇੱਥੇ ਦਿਓ ਆਗਿਆ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।